ਸਾਹਿਬ ਜੀ। ਗੋਬਿੰਦ 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 ਸੰਗ ਨਾਮ ਦਿਓ ਮਨ ਲੀਨਾ। ਆਡ ਦਾਮ ਕੋ ਚਿਪਰੋ ਹੋਇਓ ਲਾਖੀਨਾ। ਬੁਨਨਾ ਤਨਨਾ ਤਿਆਗ ਕੈ ਪ੍ਰੀਤ ਚਰਨ ਕਬੀਰਾ। ਨੀਚ ਕੁਲਾ ਜੋਲਾਹਰਾ ਭਇਓ ਗੁਣੀ ਗਹੀਰਾ। ਸੈਨ ਨਾਈ ਬੁਤਕਾਰੀਆ ਉਹ ਘਰ ਘਰ ਸੁਣਿਆ। ਹਿਰਦੈ ਵਸਿਆ ਪਾਰ ਬ੍ਰਹਮ ਭਗਤਾਂ ਮਹਿ ਗਣਿਆ। ਇਹ ਬਿਦ ਸੁਨ ਕੇ ਜਟ ਰੋ ਉਠ ਭਗਤੀ ਲਾਗਾ। ਮਿਲੈ ਪ੍ਰਤੱਖ ਗੁਸਈਆਂ ਧੰਨਾ ਵੱਡ ਭਾਗਾ। ਮਿਲੈ ਪ੍ਰਤੱਖ ਗੁਸਈਆਂ ਧੰਨਾ ਵੱਡ ਭਾਗਾ। ਤੇਰੇ ਕਵਨ ਕਵਨ ਗੁਣ ਕਹਿ ਕਹਿ ਗਾਵਾਂ ਤੂੰ ਸਾਹਿਬ ਗੁਣੀ ਨਿਧਾਨਾ। ਤੁਮਰੀ ਮਹਿਮਾ ਵਰਨ ਨ ਸਾਕੂੰ ਤੂੰ ਠਾਕੁਰ ਊਚ ਭਗਵਾਨਾ। ਸੁਕਉ ਟਲ ਗੁਰ ਸੇਵੀ ਅਹਨਿਸ ਸਹਜ ਸੁਭਾਏ। ਦਰਸ਼ਨ ਪਰਸੈ ਗੁਰੂ ਜਨਮ ਮਰਨ ਦੁਖ ਜਾਏ। ਹੋਵੈ ਸਿਫਤ ਗੁਸੰਬੰਦੀ ਨੂਰੇ ਅਰਸੋਂ ਕੁਰਸੋਂ ਚਟੀ। ਤੁਧ ਡਿਠੇ ਸੱਚੇ ਪਾਤਸ਼ਾਹ ਮਲ ਜਨਮ ਜਨਮ ਦੀ ਘਟੀ। ਤੁਧ ਡਿਠੇ ਸੱਚੇ ਪਾਤਸ਼ਾਹ ਮਲ ਜਨਮ ਜਨਮ ਦੀ ਘਟੀਐ। ਸਤਿਨਾਮ ਸ੍ਰੀ ਵਾਹਿਗੁਰੂ ਸਾਹਿਬ ਜੀਓ। ਬਸੰਤ ਮਹਲਾ ਪੰਜਵਾਂ ਘਰ ਪਹਿਲਾ ਦੋ ਤੁਕੀਆਂ। ਜੈ ਦੇਵ ਤਿਆਗਿਓ ਅਹਮੇਵ ਨਾਈ ਉਦਰਿਓ ਸੈਨ ਸੇਵ। ਮੰਡੀਕ ਨਾ ਡੋਲਾ ਕਹੂੰ ਜਾਏ। ਮਨ ਤੂੰ ਭੀ ਤਰਸੈ ਸਰਣ ਪਾਏ। ਜੈ ਦੇਵ ਤਿਆਗਿਓ ਅਹਮੇਵ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਪਤਿਤ ਪਾਵਨ ਕਿਰਪਾ ਨਿਧਾਨ ਸਤਿਗੁਰੂ ਗੁਰੂ ਗ੍ਰੰਥ ਸਾਹਿਬ ਮਹਾਰਾਜ ਸਾਹਿਬ ਜੀਆਂ ਦੀ ਪਵਿੱਤਰ ਹਜ਼ੂਰੀ ਦਾ ਆਨੰਦ ਪ੍ਰਾਪਤ ਕਰ ਰਹੀ ਗੁਰੂ ਕੀ ਸੰਗਤ
ਸਤਿਗੁਰਾਂ ਦੇ ਦਰਬਾਰ ਵਿੱਚ ਆਪ ਸੰਗਤ ਨੇ ਬੈਠ ਕੇ ਗੁਰਬਾਣੀ ਦੇ ਵੱਡੇ ਭਾਰੀ ਲਾਭ ਪ੍ਰਾਪਤ ਕਰਦਿਆਂ ਹੋਇਆਂ ਸ੍ਰੀ ਆਸਾ ਜੀ ਦੀ ਵਾਰ ਸਤਿਗੁਰਾਂ ਦੀ ਗੁਰਬਾਣੀ, ਉਸ ਤੋਂ ਪਹਿਲਾਂ ਨਿਤਨੇਮ ਦੀਆਂ ਬਾਣੀਆਂ ਧੰਨ ਗੁਰੂ ਅਮਰਦਾਸ ਪਾਤਸ਼ਾਹ ਜੀ ਨੇ ਆਨੰਦ ਸਾਹਿਬ ਦੀ ਬਾਣੀ ਬਖਸ਼ੀ। ਗੁਰੂ ਗੋਬਿੰਦ ਸਿੰਘ ਮਹਾਰਾਜ ਜੀਆਂ ਨੇ ਜਾਪ ਸਾਹਿਬ ਦੀ ਗੁਰਬਾਣੀ ਨੂੰ ਬਖਸ਼ਿਆ ਤੇ ਧੰਨ ਗੁਰੂ ਨਾਨਕ ਦੇਵ ਮਹਾਰਾਜ ਜੀਆਂ ਨੇ ਸਾਨੂੰ ਜਪਜੀ ਸਾਹਿਬ ਦੀ ਗੁਰਬਾਣੀ ਬਖਸ਼ਿਸ਼ ਕੀਤੀ। ਐਸੀਆਂ ਬਾਣੀਆਂ ਨੂੰ ਆਪ ਸੰਗਤ ਨੇ ਨਿਤਨੇਮ ਦੇ ਰੂਪ ਦੇ ਵਿੱਚ ਸਰਵਣ ਕਰਕੇ ਲਾਹਾ ਪ੍ਰਾਪਤ ਕੀਤਾ ਹੈ। ਇਸ ਵੇਲੇ ਸਤਿਗੁਰੂ ਕਿਰਪਾ ਕਰਕੇ ਗੁਰਬਾਣੀ ਦੀ ਦਾਤ ਬਖਸ਼ਿਸ਼ ਕਰਦਿਆਂ ਹੋਇਆਂ ਸਭ ਤੇ ਉੱਤਮ ਹਰਿ ਕੀ ਕਥਾ, ਸਭ ਤੋਂ ਸ੍ਰੇਸ਼ਟ ਜੇ ਕੋਈ ਕਾਰਜ ਹੈ ਤੇ ਉਹ ਪਰਮਾਤਮਾ ਦੀ ਕਥਾ ਹੈ, ਉਸ ਦਾ ਵਿਖਿਆਨ ਹੈ। ਵਿਦਵਾਨਾਂ ਨੇ ਕਥਾ ਨੂੰ ਮਾਂ ਆਖਿਆ ਹੈ, ਵੀ ਕਥਾ ਮਾਂ ਹੈ, ਤੇ ਕੀਰਤਨ ਨੂੰ ਪੁੱਤਰ ਲਿਖਿਆ ਹੈ, ਕੀਰਤਨ ਪੁੱਤਰ ਹੈ। ਪੁੱਤਰ ਦੇ ਨਾਲੋਂ ਮਾਂ ਦਾ ਰੁਤਬਾ ਜਿਹੜਾ ਉਹ ਵੱਡਾ ਹੈ, ਇਸ ਕਰਕੇ ਆਖਿਆ ਸਭ ਤੇ ਉੱਤਮ ਹਰਿ ਕੀ ਕਥਾ। ਕਥਾ ਨੂੰ ਤਾਂ ਸਭ ਤੋਂ ਉੱਤਮ ਕਹਿੰਦੇ। ਵਡਭਾਗੀ ਬਣੇ ਆ, ਗੁਰੂ ਦਰਬਾਰ ਵਿੱਚ ਬੈਠੇ ਆ, ਸੰਤਾਂ ਭਗਤਾਂ ਗੁਰਮੁਖਾਂ ਦੇ ਮਹਾਂਪੁਰਖਾਂ ਦੇ ਜੀਵਨ ਨੂੰ ਸਰਵਣ ਕਰਦੇ ਹਾਂ। ਮਨ ਨੂੰ ਟਿਕਾਈਏ, ਭਾਵਨਾ ਦੇ ਨਾਲ ਮਹਾਰਾਜ ਦੇ ਅੰਮ੍ਰਿਤ ਬਚਨ ਸਰਵਣ ਕਰੀਏ। ਮਿਲ ਕੇ ਆਖੀਏ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀਓ। ਜੈ ਦੇਵ ਤਿਆਗਿਓ ਅਹਮੇਵ। ਧੰਨ ਗੁਰੂ ਅਰਜਨ ਦੇਵ ਪਾਤਸ਼ਾਹ ਮਹਾਰਾਜ ਨੇ ਸਾਨੂੰ ਸ਼ਬਦ ਬਖਸ਼ਿਸ਼ ਕੀਤਾ, ਸੁਨ ਸਾਖੀ ਮਨ ਜਪ ਪਿਆਰ। ਐ ਭਾਈ ਪਿਆਰਿਆ, ਜਿਹੜੇ ਸੰਤ ਹੋਏ ਨਾ ਗੁਰਮੁਖ ਨਾਮ ਜਪਣ ਵਾਲੇ, ਉਹਨਾਂ ਦੇ ਜੀਵਨ ਦੀਆਂ ਸਾਖੀਆਂ ਸਰਵਣ ਕਰ, ਤੇਰੇ ਮਨ ਵਿੱਚ ਪਿਆਰ ਪੈਦਾ ਹੋ। ਤੇ ਪਾਤਸ਼ਾਹ ਨੇ ਵਾਰੀ ਵਾਰੀ ਸਾਰੇ ਭਗਤਾਂ ਦਾ ਨਾਮ ਲਿਆ। ਅੱਜ ਮਹਾਰਾਜ ਜੀ ਉਪਦੇਸ਼ ਦਿੰਦਿਆਂ ਹੋਇਆਂ ਜੈਦੇਵ ਨਾਮ ਦੇ ਭਗਤ ਹੋਏ ਮਹਾਰਾਜ ਸਾਹਿਬ ਜੀਆਂ ਦੇ। ਉਹਨਾਂ ਦੇ ਜੀਵਨ ਦੇ ਵਿੱਚੋਂ ਉਪਦੇਸ਼ ਬਖਸ਼ਿਸ਼ ਕਰਦੇ, ਕਹਿੰਦੇ ਜੈ ਦੇਵ ਤਿਆਗਿਓ ਅਹੰ ਮੇਵ। ਅਹੰ ਮੇਵ ਤੋਂ ਭਾਵ ਹੁੰਦਾ ਗੁਰਮੁਖੋ ਹੰਕਾਰ, ਕਿ ਜੈ ਦੇਵ ਭਗਤ ਵੱਲ ਵੇਖ, ਉਹਨਾਂ ਨੇ ਆਪਣੇ ਮਨ ਦਾ ਹੰਕਾਰ ਛੱਡ ਦਿੱਤਾ ਹੈ। ਤੇ ਪਾਤਸ਼ਾਹ ਜੀ ਨੂੰ ਪੁੱਛਿਆ ਵੀ ਪਾਤਸ਼ਾਹ ਕਿਵੇਂ ਹੰਕਾਰ ਕਿਵੇਂ ਹੋਇਆ ਤੇ ਛੱਡਿਆ ਕਿਵੇਂ? ਤੇ ਪਾਤਸ਼ਾਹ ਮਹਾਰਾਜ ਉਸ ਵੇਲੇ ਬਖਸ਼ਿਸ਼ ਕਰਦੇ ਕਹਿਣ ਲੱਗੇ, ਜਿਹੜੇ ਜੈਦੇਵ ਭਗਤ ਸਨ ਗੁਰਮੁਖੋ, ਇਹਨਾਂ ਦੇ ਬਚਪਨ ਦੇ ਵਿੱਚ ਹੀ ਮਾਤਾ ਪਿਤਾ ਪੂਰੇ ਹੋ ਗਏ ਸਨ। ਛੋਟੀ ਉਮਰ ਦੇ ਵਿੱਚ ਹੀ ਇਹ ਬੰਗਾਲ ਦੇ ਰਹਿਣ ਵਾਲੇ ਸਨ। ਭਗਤ ਜੈਦੇਵ ਜੀ ਬੰਗਾਲ ਨਾਮ ਦਾ ਜਿਹੜਾ ਇਲਾਕਾ, ਉੱਥੋਂ ਦੇ ਰਹਿਣ ਵਾਲੇ ਇਹ ਜੈਦੇਵ ਭਗਤ ਹੋਏ। ਇਹਨਾਂ ਦਾ ਅਵਤਾਰ ਸੰਸਾਰ ਦੇ ਵਿੱਚ 12ਵੀਂ ਸਦੀ ਦਾ ਲਿਖਿਆ ਹੈ। 1201 ਦੇ ਵਿੱਚ ਕਹਿੰਦੇ ਵੀ ਇਹ ਸੰਸਾਰ ਵਿੱਚ ਆਏ। ਇਸ ਮਹਾਂਪੁਰਖ ਨੇ ਸਰੀਰ ਕਰਕੇ ਕੇਵਲ 44 ਕੁ ਸਾਲ ਦੀ ਉਮਰਾਂ ਮਾਣੀ ਹੈ। 44 ਕੁ ਸਾਲ ਦੀ ਸੰਸਾਰਕ ਯਾਤਰਾ ਹੈ। 1201 ਦੇ ਵਿੱਚ ਦੁਨੀਆ ਵਿੱਚ ਆਏ ਤੇ 1245 ਦੇ ਵਿੱਚ ਆਪ ਸੰਸਾਰ ਤੋਂ ਆਪਣਾ ਪੰਜ ਭੌਤਿਕ ਸਰੀਰ ਤਿਆਗ ਗਏ ਸਨ। ਬੰਗਾਲ ਪ੍ਰਾਂਤ ਦੇ ਅੰਦਰ ਕੰਟਟੂਲੀ ਨਾਮ ਦਾ ਸ਼ੈ ਪਿੰਡ ਹੈ, ਕੰਟਟੂਲੀ ਉਹਨੂੰ ਕਹਿੰਦੇ, ਉੱਥੇ ਆਪ ਜੀ ਦਾ ਅਵਤਾਰ ਹੋਇਆ। ਬਚਪਨ ਵਿੱਚ ਮਾਤਾ ਪਿਤਾ ਚੜ੍ਹਾਈ ਕਰ ਗਏ ਤੇ ਆਪ ਜੀ ਨੇ ਉਸ ਵੇਲੇ ਹਰ ਵੇਲੇ ਵਿਰਾਗ ਦੇ ਵਿੱਚ ਨੇਤਰਾਂ ਵਿੱਚ ਜਲ ਰਹਿਣਾ ਤੇ ਮਾਂ ਨੂੰ ਕਦੇ ਬਾਪ ਨੂੰ ਯਾਦ ਕਰਨਾ ਤੇ ਆਪਣੇ ਮੁਖ ਤੋਂ ਉਸ ਵੇਲੇ ਵੈਰਾਗ ਦੇ ਗੀਤ ਗਾਉਂਦੇ ਰਹਿਣਾ, ਜਿਨ੍ਹਾਂ ਵਿੱਚੋਂ ਵੈਰਾਗ ਪੈਦਾ ਹੋਵੇ, ਐਸੇ ਗੀਤ ਆਪ ਗਾਉਂਦੇ। ਥੋੜਾ ਸਮਾਂ ਜੇ ਬਤੀਤ ਹੋ ਗਿਆ ਤੇ ਭਗਤ ਜੈਦੇਵ ਜੀਆਂ ਦੇ ਜਿਹੜੇ ਪਿਤਾ ਸਨ, ਉਹਨਾਂ ਦੇ ਦੋਸਤ ਨੇ ਵੇਖਿਆ ਵੀ ਜੈਦੇਵ ਦੇ ਮਾਤਾ ਪਿਤਾ ਤੇ ਰਹਿ ਨਹੀਂ, ਇਹ ਅਜੇ ਬੱਚਾ ਹੀ ਹੈ ਛੋਟੀ ਉਮਰ ਦਾ, ਤੇ ਕਿਉਂ ਨਾ ਹੋਵੇ ਮੈਂ ਇਹਨਾਂ ਦੀ ਜਾਇਦਾਦ ਜਿਹੜੀ ਉਹ ਤੇ ਕਬਜ਼ਾ ਕਰ ਲਵਾਂ।
ਪਿਤਾ ਦੇ ਦੋਸਤ ਨੇ ਭਗਤ ਜੈਦੇਵ ਦੀ ਜ਼ਮੀਨ ਦੇ ਉੱਪਰ ਵੀ ਕਬਜ਼ਾ ਕਰ ਲਿਆ। ਮਾਤਾ ਪਿਤਾ ਦੇ ਵਿਛੋੜੇ ਵੇ ਤੇ ਪਹਿਲਾਂ ਹੀ ਵੈਰਾਗ ਦੇ ਵਿੱਚ ਗੀਤ ਗਾਉਂਦੇ ਰਹਿੰਦੇ, ਹੁਣ ਜਾਇਦਾਦ ਜਾਣ ਤੋਂ ਬਾਅਦ ਵਿੱਚ ਹੋਰ ਵੈਰਾਗ ਪੈਦਾ ਹੋ ਗਿਆ। ਉਸ ਵੈਰਾਗ ਦੇ ਵਿੱਚ ਫਿਰ ਇਹਨਾਂ ਨੇ ਇੱਕ ਕਵਿਤਾ ਲਿਖੀ। ਕਵਿਤਾ ਦਾ ਆਪਾਂ ਸਾਰੰਸ਼ ਪੜ੍ਹਦੇ ਹਾਂ। ਗੀਤ ਗੋਬਿੰਦ ਨਾਮ ਦੀ ਕਵਿਤਾ ਬੜੀ ਪ੍ਰਸਿੱਧ ਹੈ ਬੰਗਾਲ ਦੇ ਵਿੱਚ। ਕਵਿਤਾ ਲਿਖਦਿਆਂ ਕਵਿਤਾ ਦੀ ਇੱਕ ਪੰਕਤੀ ਨਹੀਂ ਲਿਖੀ ਗਈ, ਬਾਕੀ ਲਿਖ ਦਿੱਤੀ ਤੇ ਆਪ ਆਪਣੀ ਉੱਥੇ ਹੀ ਲਿਖਣ ਵਾਲੀ ਕਲਮ ਵੀ ਉੱਥੇ ਰੱਖ ਗਿਆ, ਕਾਗਜ਼ ਵੀ ਰੱਖ ਕੇ ਤੇ ਆਪ ਭਗਤੀ ਵਿੱਚ ਲੀਨ ਹੋ ਗਏ। ਅਕਾਲ ਪੁਰਖ ਜੀ ਇਹਨਾਂ ਦੀ ਭਗਤੀ ਨੂੰ ਵੇਖ ਕੇ ਬੜੇ ਖੁਸ਼ ਹੋਏ। ਉਹਨਾਂ ਨੇ ਉਹ ਜਿਹੜੀ ਇੱਕ ਪੰਕਤੀ ਰਹਿੰਦੀ ਸੀ ਨਾ, ਉਹ ਆਪ ਆ ਕੇ ਭਗਵਾਨ ਨੇ ਜਾਂ ਕਹਿ ਲਈਏ ਪਰਮੇਸ਼ਰ ਨੇ, ਰੱਬ ਨੇ ਉਹ ਪੰਕਤੀ ਆਪ ਪੂਰੀ ਕੀਤੀ ਆ ਕੇ। ਤੇ ਜਦੋਂ ਜੈਦੇਵ ਭਗਤ ਜੀ ਨੇ ਆ ਕੇ ਵੇਖਿਆ, ਵੇਖ ਕੇ ਬੜੇ ਖੁਸ਼ ਹੋਏ। ਕਹਿਣ ਲੱਗੇ ਜਿਹੜੀ ਪੰਕਤੀ ਮੇਰੇ ਕੋਲੋਂ ਪੂਰੀ ਨਹੀਂ ਹੁੰਦੀ, ਉਹ ਭਗਵਾਨ ਜੀਆਂ ਨੇ ਖੁਦ ਆ ਕੇ ਪੂਰੀ ਕੀਤੀ ਹੈ। ਉਹਨਾਂ ਦੇ ਬਾਬਤ ਬਚਨ ਲਿਖਿਆ, ਜਿੱਧਰ ਦੇਖਤਾ ਹੂੰ ਉਧਰ ਤੂੰ ਹੀ ਤੂੰ ਹੈ। ਮੈਂ ਜਿੱਧਰ ਵੀ ਵੇਖਦਾ ਹਾਂ ਪਰਮਾਤਮਾ, ਮੈਨੂੰ ਉਧਰ ਤੂੰ ਦਿਖਾਈ ਦਿੰਦਾ। ਜਦੋਂ ਪਰਮਾਤਮਾ ਨੇ ਉਹ ਪੰਕਤੀ ਪੂਰੀ ਕੀਤੀ ਨਾ, ਤੇ ਜੈਦੇਵ ਦੇ ਮਨ ਵਿੱਚ ਆ ਗਿਆ ਕਿ ਰੱਬ ਨੂੰ ਮੇਰੀ ਕਵਿਤਾ ਬੜੀ ਪਸੰਦ ਆਈ ਹੈ, ਤਾਂ ਹੀ ਉਹਨਾਂ ਨੇ ਪੰਕਤੀ ਪੂਰੀ ਕੀਤੀ ਨਾ ਬੜੀ ਰੁਚੀ ਦੇ ਨਾਲ ਆ ਕੇ। ਮੇਰੀ ਕਵਿਤਾ ਬੜੀ ਪਸੰਦ ਆ ਗਈ ਹੈ, ਮੈਂ ਬਹੁਤ ਵੱਡੀ ਕਵਿਤਾ ਲਿਖ ਦਿੱਤੀ ਹੈ। ਮਨ ਵਿੱਚ ਮਾਣ ਆ ਗਿਆ ਇਸ ਗੱਲ ਦਾ ਵੀ ਮੈਂ ਕਵਿਤਾ ਬੜੀ ਸੋਹਣੀ ਲਿਖੀ। ਜਦੋਂ ਮਾਣ ਆ ਗਿਆ ਤੇ ਆਪ ਜੰਗਲ ਵਿੱਚ ਤੁਰੇ ਜਾਂਦੇ ਤੇ ਕੀ ਵੇਖਦੇ, ਜਿਹੜੀ ਕਵਿਤਾ ਕਾਗਜ਼ ਤੇ ਲਿਖੀ ਹੈ ਨਾ ਇਹਨਾਂ ਨੇ, ਉਹ ਸਾਰੀ ਕਵਿਤਾ ਰੁੱਖਾਂ ਦੇ ਪੱਤਿਆਂ ਦੇ ਉੱਪਰ ਵੀ ਲਿਖੀ ਹੋਈ ਹੈ। ਜਿਹੜੇ ਰੁੱਖ ਦੇ ਵੱਲ ਵੇਖਦੇ ਉਹ ਕਵਿਤਾ ਲਿਖੀ, ਗੀਤ ਗੋਬਿੰਦ ਲਿਖਿਆ ਹੋਇਆ। ਇਸ ਤਰ੍ਹਾਂ ਵੇਖ ਕੇ ਫਿਰ ਆਪਣੇ ਮਨ ਨੂੰ ਝੰਜੋੜਿਆ, ਮਨ ਨੂੰ ਝਾੜਿਆ। ਉਹ ਮਨਾ ਕਿਹੜੀ ਗੱਲ ਦਾ ਹੰਕਾਰ ਕਰਦਾ ਹੈ? ਪਰਮਾਤਮਾ ਨੇ ਤੇ ਤੈਨੂੰ ਵਡਿਆਈ ਦਿੱਤੀ ਹੈ। ਕਾਹਦੀ ਵਡਿਆਈ ਦਿੱਤੀ ਹੈ? ਤੇਰੀ ਕਵਿਤਾ ਪੂਰੀ ਕਰਕੇ ਤੇ ਤੂੰ ਮਨ ਵਿੱਚ ਮਾਣ ਕਰ ਲਿਆ ਵੀ ਮੇਰੀ ਕਵਿਤਾ ਰੱਬ ਪੂਰੀ ਕਰਦਾ, ਮੇਰੇ ਵਰਗਾ ਕਵੀ ਕੋਈ ਨਹੀਂ। ਮਾਣ ਕਾਹਦਾ ਹੈ? ਤੂੰ ਤੇ ਕਾਗਜ਼ ਦੇ ਲਿਖਦਾ ਪਿਆ ਤੇ ਪ੍ਰਮਾਤਮਾ ਨੇ ਪੱਤਿਆਂ ਤੇ ਲਿਖ ਛੱਡਿਆ। ਜਦੋਂ ਇਸ ਤਰ੍ਹਾਂ ਪੱਤਿਆਂ ਦੇ ਵੱਲ ਵੇਖਿਆ ਤੇ ਉਸ ਵੇਲੇ ਗੁਰਮੁਖੋ ਫਿਰ ਮਨ ਵਿੱਚੋਂ ਹੰਕਾਰ ਉਸ ਵੇਲੇ ਨਾਸ ਹੋ ਗਿਆ। ਪਰਮਾਤਮਾ ਦੇ ਪ੍ਰਤੀ ਸਨੇਹ ਪੈਦਾ ਹੋ ਗਿਆ, ਸ਼ਰਧਾ ਪੈਦਾ ਹੋ ਗਈ, ਸਤਿਕਾਰ ਪੈਦਾ ਹੋ ਗਿਆ। ਐਸਾ ਪਿਆਰ ਬਣਿਆ। ਗੁਰੂ ਅਰਜਨ ਦੇਵ ਪਾਤਸ਼ਾਹ ਮਹਾਰਾਜ ਨੂੰ ਬਚਨ ਲਿਖਿਆ, ਕਹਿਣ ਲੱਗੇ ਜੈਦੇਵ ਤਿਆਗਿਓ ਅਹੰ ਮੇਵ। ਅਹੰ ਮੇਵ ਦਾ ਭਾਵ ਹੁੰਦਾ ਹੰਕਾਰ। ਕਹਿਣ ਲੱਗੇ ਜੈਦੇਵ ਭਗਤ ਨੂੰ ਭਾਵੇਂ ਕਿ ਹੰਕਾਰ ਹੋਇਆ, ਪਰ ਹੰਕਾਰ ਟੁੱਟ ਵੀ ਗਿਆ, ਹੰਕਾਰ ਤੋੜ ਵੀ ਲਿਆ। ਕਿਉਂਕਿ ਮਹਾਰਾਜ ਦਾ ਬਚਨ ਹੈ, ਹਉ ਵਿੱਚ ਆਇਆ ਹਉ ਵਿੱਚ ਗਿਆ, ਹਉ ਵਿੱਚ ਜੰਮਿਆ ਹਉ ਵਿੱਚ ਮੂਆ। ਹੰਕਾਰ ਹੀ ਦੁਨੀਆ ਤੇ ਲੈ ਕੇ ਆਉਂਦਾ ਹੈ, ਜੰਮਣ ਤੇ ਮਰਨ ਦਾ ਕਾਰਨ ਬਣਦਾ ਹੈ। ਪਰ ਜੈਦੇਵ ਭਗਤਾਂ ਨੇ ਪਰਮਾਤਮਾ ਨੂੰ ਸਾਰੇ ਥਾਵਾਂ ਤੇ ਵੇਖ ਕੇ ਝਾਟੀ ਹੰਕਾਰ ਛੱਡ ਦਿੱਤਾ, ਹੰਕਾਰ ਤੋਂ ਪਰੇ ਹੋ ਗਏ। ਐਸੀ ਅਵਸਥਾ ਦੇ ਆਪ ਮਾਲਕ ਬਣੇ। ਇਸ ਤਰ੍ਹਾਂ ਦੇ ਸ੍ਰੇਸ਼ਟ ਭਗਤ ਜੈਦੇਵ ਜੀ ਜਿਨ੍ਹਾਂ ਦਾ ਨਾਮ ਹੈ ਇਹ ਹੋਏ ਨੇ। ਇਹਨਾਂ ਦੀ ਬੜੀ ਵੱਡੀ ਮਹਿਮਾ ਗੁਰਬਾਣੀ ਦੇ ਵਿੱਚ ਮਹਾਰਾਜ ਸਾਹਿਬ ਜੀਆਂ ਨੇ ਬਖਸ਼ਿਸ਼ ਕੀਤੀ ਹੈ। ਆਪ ਜੀ ਗੁਰਬਾਣੀ ਦੇ ਅੰਦਰ ਬਚਨ ਕਤ ਜਾਈਐ ਰੇ ਘਰ ਲਾਗੋ ਰੰਗ ਬਚਨ ਆਪਾਂ ਪੜ੍ਹਦੇ ਹਾਂ। ਗੁਰਬਾਣੀ ਦਾ ਸ਼ਬਦ, ਐਸੇ ਸ਼ਬਦ ਆਪ ਜੀਆਂ ਨੇ ਬਖਸ਼ਿਸ਼ ਕਰਕੇ ਉਸ ਵੇਲੇ ਸੰਗਤਾਂ ਤੇ ਸਾਡੇ ਵਰਗਿਆਂ ਦਾ ਭਲਾ ਕੀਤਾ ਹੈ। ਮਹਾਰਾਜ ਫਿਰ ਬਖਸ਼ਿਸ਼ ਕਰਦੇ ਹਨ। ਜੈਦੇਵ ਤਿਆਗਿਓ ਅਹੰ ਮੇਵ। ਜੈਦੇਵ ਭਗਤ ਕਹਿਣ ਲੱਗੇ ਇੱਕ ਵਾਰੀ ਨਾ ਯਾਤਰਾ ਚੱਲੇ ਕਿਤੇ ਧਾਰਮਿਕ ਸਥਾਨ ਤੇ। ਯਾਤਰਾ ਜਾਣ ਵਾਸਤੇ ਕਿਸੇ ਰਾਜੇ ਨੇ 200 ਰੁਪਈਆ ਦਿੱਤਾ। ਕਹਿਣ ਲੱਗੇ ਵੀ ਜੈਦੇਵ ਤੁਸੀਂ ਤੇ ਚੱਲੇ ਹੀ ਹੋ, ਆ 200 ਰੁਪਈਆ ਸਾਡੇ ਵੱਲੋਂ ਵੀ ਲੈ ਜਾਓ, ਜਾ ਕੇ ਉੱਥੇ ਮੰਦਿਰ ਜਿੱਥੇ ਤੁਸੀਂ ਚੱਲੇ ਯਾਤਰਾ ਉੱਥੇ ਭੇਟ ਕਰ ਦਿਓ, ਇਹਦੇ ਵਿੱਚੋਂ ਕੁਝ ਪੈਸੇ ਤੁਸੀਂ ਖਰਚਾ ਕਰ ਲਿਓ। ਜੈਦੇਵ ਜੀ ਜਦੋਂ ਚੱਲੇ 200 ਰੁਪਈਆ ਲੈ ਕੇ ਤੇ ਰਸਤੇ ਵਿੱਚ ਠੱਗ ਮਿਲ ਗਿਆ। ਉਹਨਾਂ ਨੇ ਵੇਖਿਆ ਵੀ ਜੈਦੇਵ ਦੇ ਕੋਲ ਬੜੀ ਭਾਰੀ ਵੱਡੀ ਰਕਮ ਹੈ। ਉਹਨਾਂ ਸਮਿਆਂ ਵਿੱਚ 200 ਰੁਪਈਆ ਕੋਈ ਛੋਟੀ ਗੱਲ ਨਹੀਂ ਹੈ।
ਵੱਡੀ ਭਾਰੀ ਰਕਮ ਹੈ, ਕਿਉਂ ਨਾ ਹੋਵੇ ਇਸ ਨੂੰ ਲੁੱਟ ਲਿਆ ਜਾਵੇ। ਤੇ ਉਹ ਜੈਦੇਵ ਦੇ ਨਾਲ ਹੀ ਚੱਲ ਪਏ। ਚਾਰੇ ਜਾਣੇ ਠੱਗ ਬੜੀਆਂ ਮਿੱਠੀਆਂ ਗੱਲਾਂ ਕਰਦੇ ਜਾਣ, ਪਿਆਰ ਵਾਲੀਆਂ ਗੱਲਾਂ, ਸਨੇਹ ਵਾਲੀਆਂ ਗੱਲਾਂ ਕਰਨ ਵੀ ਅਸੀਂ ਤੇਰੇ ਆਪਣੇ ਹੀ ਆ, ਤੇਰੇ ਖਾਸਮ ਖਾਸ ਹੀ ਆ। ਤੇ ਉਸ ਵੇਲੇ ਜੈਦੇਵ ਨੇ ਨਾ ਇਹਨਾਂ ਦੇ ਉੱਪਰ ਯਕੀਨ ਕਰ ਲਿਆ। ਤੇ ਜਿਹੜਾ 200 ਰੁਪਈਆ ਸੀ ਨਾ ਆਪਣੇ ਕੋਲ, ਉਹ ਇਹਨਾਂ ਨੂੰ ਦੇ ਦਿੱਤਾ। ਕਹਿਣ ਲੱਗੇ ਵੀ ਇਹ ਜਿਹੜਾ 200 ਰੁਪਈਆ ਨਾ ਤੁਸੀਂ ਆਪਣੇ ਕੋਲ ਰੱਖ ਲਓ, ਆਪਾਂ ਖਰਚਾ ਵੀ ਇਹਦੇ ਵਿੱਚੋਂ ਕਰਾਂਗੇ ਤੇ ਬਾਕੀ ਬਚਦੇ ਪੈਸੇ ਮੰਦਿਰ ਵਿੱਚ ਚੜਾਵਾ ਚੜਾ ਦਿਆਂਗੇ। ਥੋੜਾ ਜਿਹਾ ਅੱਗੇ ਗਏ ਤੇ ਉਹ ਜਿਹੜੇ ਠੱਗ ਸਨ ਉਹਨਾਂ ਦੇ ਮਨ ਵਿੱਚ ਬੇਈਮਾਨੀ ਆ ਗਈ। ਕਹਿਣ ਲੱਗੇ ਕਿਉਂ ਨਾ ਹੋਵੇ ਆਪਾਂ ਇਹਦਾ ਕਤਲ ਹੀ ਕਰ ਦਈਏ, ਇਹਨੂੰ ਮਾਰ ਹੀ ਦਈਏ, ਇਹ ਰਹਿਣਾ ਨਹੀਂ ਚਾਹੀਦਾ। ਉਸ ਵੇਲੇ ਵਿਚਾਰ ਕੀਤੀ ਆਪਸ ਵਿੱਚ। ਕਹਿਣ ਲੱਗੇ ਬਚਨ ਇਹ ਹੈ ਕਿ ਮਾਰਨਾ ਤੇ ਨਹੀਂ ਚਾਹੀਦਾ, ਆਪਣੇ ਨਾਲ ਫਿਰ ਵੀ ਮਿਲ ਕੇ ਚੱਲਿਆ, ਆਪਾਂ ਇਸ ਤਰ੍ਹਾਂ ਕਰੀਏ ਇਹਦੇ ਹੱਥ ਵੱਢ ਦਈਏ। ਜੈਦੇਵ ਭਗਤ ਜੀਆਂ ਦੇ ਹੱਥ ਵੱਢ ਕੇ ਤੇ ਜੰਗਲ ਵਿੱਚ ਉਸ ਵੇਲੇ ਸੁੱਟ ਦਿੱਤਾ। ਆਪ ਚਲੇ ਗਏ ਅੱਗੇ। ਕੋਈ ਸਮੇਂ ਬਾਅਦ ਉੱਥੇ ਦੂਜੇ ਭਗਤ ਆ ਗਏ ਜਿਨ੍ਹਾਂ ਦਾ ਨਾਮ ਲਿਖਿਆ ਭਗਤ ਪੀਪਾ ਜੀ। ਇਹ ਰਾਜੇ ਸਨ। ਜੰਗਲ ਵਿੱਚ ਸ਼ਿਕਾਰ ਕਰਨ ਵਾਸਤੇ ਗਏ ਤੇ ਕੀ ਵੇਖਦੇ ਪਏ ਵੀ ਇੱਕ ਵਿਅਕਤੀ ਡਿੱਗਿਆ ਹੋਇਆ ਤੇ ਹੱਥ ਉਹਦੇ ਵੱਢੇ ਹੋਏ ਤੇ ਲਹੂ ਲੁਹਾਨ ਹੋਇਆ। ਰਾਜੇ ਨੂੰ ਤਰਸ ਆਇਆ, ਆਪਣੇ ਸਿਪਾਹੀਆਂ ਨੂੰ ਕਹਿੰਦਾ ਚਲੋ ਇਸ ਨੂੰ ਰਾਜ ਮਹਿਲ ਲੈ ਚੱਲ। ਰਾਜ ਮਹਿਲ ਲਿਆਂਦਾ ਗਿਆ। ਭਗਤ ਜੈਦੇਵ ਜੀਆਂ ਦੇ ਉਸ ਵੇਲੇ ਹੱਥਾਂ ਦਾ ਇਲਾਜ ਕਰਵਾਇਆ, ਬਾਹਾਂ ਦਾ। ਹੱਥ ਤੇ ਭਾਵੇਂ ਵੱਢ ਕੇ ਸੁੱਟ ਦਿੱਤੇ ਗਏ, ਪਰ ਇਲਾਜ ਹੋਣ ਤੋਂ ਬਾਕੀ ਬਾਹਾਂ ਬਚ ਗਈਆਂ, ਟੁੰਡ ਹੀ ਰਹਿ ਗਏ। ਉਸ ਵੇਲੇ ਆਪ ਭਗਤੀ ਦੇ ਵਿੱਚ ਲੀਨ ਰਹਿੰਦੇ। ਇਹਨਾਂ ਦੀ ਭਗਤੀ ਵੇਖ ਕੇ ਰਾਜਾ ਬੜਾ ਪ੍ਰਭਾਵਿਤ ਹੋਇਆ। ਭਗਤ ਪੀਪਾ ਜਿਨ੍ਹਾਂ ਨੂੰ ਕਿਹਾ ਜਾਂਦਾ, ਉਹਨਾਂ ਦੀ ਗੁਰਬਾਣੀ ਵੀ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਹੈ। ਦੇਵੀ ਦੇ ਉਪਾਸਕ ਸਨ ਭਗਤ ਪੀਪਾ ਜੀ, ਰਾਜਾ ਪੀਪਾ ਜੀ। ਪਰ ਭਗਤ ਜੈਦੇਵ ਤੋਂ ਪ੍ਰਭਾਵਿਤ ਹੋ ਕੇ ਉਹਨਾਂ ਨੇ ਦੇਵੀ ਦੀ ਪੂਜਾ ਛੱਡ ਕੇ ਤੇ ਅਕਾਲ ਪੁਰਖ ਦੇ ਸਿਮਰਨ ਵਿੱਚ ਜੁਟ ਗਏ। ਐਸਾ ਹੈ ਜੈਦੇਵ ਜੀਆਂ ਦਾ ਜੀਵਨ। ਇੱਕ ਦਿਨ ਇਹਨਾਂ ਨੇ ਰਾਜੇ ਨੂੰ ਆਖਿਆ, ਕਹਿਣ ਲੱਗੇ ਰਾਜਨ ਬਹੁਤ ਜ਼ਿਆਦਾ ਨਾ ਦਾਨ ਪੁੰਨ ਕਰਨਾ ਚਾਹੀਦਾ ਗਰੀਬ ਗੁਰਬਿਆਂ ਵਾਸਤੇ। ਨਾ ਜਿਹੜੇ ਸਾਧੂ ਸੰਤ ਨੇ ਨਾਮ ਜਪਣ ਵਾਲੇ ਕਮਾਈ ਨਹੀਂ ਕਰਦੇ ਸੰਸਾਰਕ ਤੌਰ ਤੇ, ਕੇਵਲ ਬੰਦਗੀ ਦੀ ਕਮਾਈ ਕਰਦੇ। ਉਹਨਾਂ ਨੂੰ ਖਾਣ ਪੀਣ ਵਾਸਤੇ ਔਰ ਥੋੜਾ ਬਹੁਤਾ ਖਰਚਣ ਵਾਸਤੇ ਆਪਾਂ ਨੂੰ ਮਾਇਆ ਦੇਣੀ ਚਾਹੀਦੀ ਹੈ। ਰਾਜੇ ਨੂੰ ਬਚਨ ਬੜਾ ਚੰਗਾ ਲੱਗਾ। ਰਾਜੇ ਨੇ ਢੰਡੋਰਾ ਲਵਾ ਦਿੱਤਾ ਵੀ ਜਿੰਨੇ ਵੀ ਸਾਧੂ ਸੰਤ ਨੇ ਨਾ, ਆਓ ਮੇਰੇ ਰਾਜ ਭਾਗ ਵਿੱਚ, ਤੁਹਾਨੂੰ ਮੈਂ ਮਾਇਆ ਦੇਵਾਂ, ਤੁਹਾਡੀ ਸੇਵਾ ਕਰਾਂ। ਜਿੱਥੇ ਹੋਰ ਸਾਧੂ ਸੰਤ ਆਏ ਨਾ ਗੁਰਮੁਖੋਂ ਇਨਾਮ ਲੈਣ ਵਾਸਤੇ, ਰਾਜੇ ਕੋਲੋਂ ਮਦਦ ਲੈਣ ਵਾਸਤੇ, ਉੱਥੇ ਇਹ ਚਾਰ ਠੱਗ ਵੀ ਸੰਤ ਬਣ ਕੇ ਆ ਗਏ। ਸੰਤਾਂ ਵਾਲੇ ਕੱਪੜੇ ਪਾ ਕੇ ਜਿਨ੍ਹਾਂ ਨੇ ਭਗਤ ਜੈਦੇਵ ਦੇ ਹੱਥ ਵੱਢੇ, ਉਹ ਵੀ ਸੰਤ ਬਣ ਕੇ ਆ ਗਏ। ਹੁਣ ਜੈਦੇਵ ਭਗਤ ਜੀ ਨੇ ਪਛਾਣ ਲਿਆ ਵੀ ਇਹ ਤੇ ਉਹੀ ਲੋਕ ਨੇ ਜਿਨ੍ਹਾਂ ਨੇ ਮੇਰੇ ਹੱਥ ਵੱਢੇ ਸਨ। ਇਹ ਫਿਰ ਆ ਗਏ ਨੇ। ਇਹਨਾਂ ਨੂੰ ਮਾਇਆ ਦਾ ਬੜਾ ਲਾਲਚ ਹੈ। ਪਹਿਲਾਂ 200 ਰੁਪਏ ਬਦਲੇ ਮੇਰੇ ਹੱਥ ਵੱਢੇ, ਹੁਣ ਦੁਬਾਰਾ ਸੰਤ ਬਣ ਕੇ ਆ ਗਏ। ਕਿਉਂ ਨਾ ਹੋਵੇ ਇਹਨਾਂ ਦੀ ਮਦਦ ਕਰਨੀ ਚਾਹੀਦੀ ਹੈ। ਰਾਜੇ ਨੂੰ ਕਹਿਣ ਲੱਗੇ ਰਾਜਨ ਵੀ ਇਹ ਬੜੇ ਉੱਚ ਕੋਟੀ ਦੇ ਸੰਤ ਨੇ ਤੇ ਬੜੀ ਇਹਨਾਂ ਨੂੰ ਮਾਇਆ ਦੀ ਲੋੜ ਹੈ। ਜਿੰਨਾ ਵੱਧ ਤੋਂ ਵੱਧ ਦਾਨ ਕਰ ਸਕਦਾ ਨਾ, ਇਹਨਾਂ ਨੂੰ ਦਾਨ ਕਰ। ਰਾਜਾ ਪੀਪਾ ਭਗਤ ਜੈਦੇਵ ਦਾ ਬਚਨ ਸੁਣ ਕੇ ਤੇ ਉਹਨਾਂ ਨੇ ਬੜਾ ਭਾਰੀ ਦਾਨ ਕੀਤਾ ਮਾਇਆ ਦਾ। ਜਦੋਂ ਬਹੁਤਾ ਦਾਨ ਕੀਤਾ ਤੇ ਚਾਰ ਠੱਗ ਕਹਿੰਦੇ ਜੀ ਤੁਸੀਂ ਇਦਾਂ ਕਰੋ, ਆਪਣੇ ਨਾਲ ਥੋੜੇ ਸਿਪਾਹੀ ਵੀ ਭੇਜੋ, ਰਸਤੇ ਵਿੱਚ ਸਾਨੂੰ ਕੋਈ ਲੁੱਟੀ ਨਾ ਲਵੇ। ਕਿਉਂਕਿ ਆਪ ਵੀ ਤੇ ਲੁਟੇਰੇ ਨੇ ਨਾ, ਚੋਰ ਹੈ। ਤੇ ਬਿਰਤੀ ਇਹਨਾਂ ਦੀ ਇਹ ਹੈ ਵੀ ਕਿਤੇ ਸਾਨੂੰ ਕੋਈ ਹੋਰ ਚੋਰ ਨਾ ਲੁੱਟ ਲਵੇ, ਠੱਗ ਕੋਈ ਲੁੱਟ ਨਾ ਲਵੇ। ਆਪਣੇ ਸਿਪਾਹੀ ਨਾਲ ਭੇਜ ਦਿਓ ਸਾਨੂੰ। ਇਹ ਜਿਹੜੀਆਂ ਧਨ ਦੀਆਂ ਤੁਸੀਂ ਖੁਰਜੀਆਂ ਭਰ ਕੇ ਦਿੱਤੀਆਂ, ਅਸੀਂ ਆਪਣੇ ਘਰ ਤੱਕ ਸਹੀ ਸਲਾਮਤ ਲੈ ਚੱਲੀਏ। ਰਾਜੇ ਨੇ ਸਿਪਾਹੀ ਭੇਜ ਦਿੱਤੇ। ਰਸਤੇ ਵਿੱਚ ਉਹਨਾਂ ਸਿਪਾਹੀਆਂ ਨੇ ਪੁੱਛਿਆ, ਕਹਿਣ ਲੱਗੇ ਵੀ ਭਗਤ ਜੈਦੇਵ ਨੇ ਤੁਹਾਡਾ ਬੜਾ ਸਨਮਾਨ ਕਰਵਾਇਆ ਹੈ, ਬੜਾ ਸਤਿਕਾਰ ਕਰਵਾਇਆ, ਵੀ ਤੁਹਾਡਾ ਖਾਸ ਹੀ ਹੋਵੇਗਾ ਜਾਂ ਕੋਈ ਤੁਹਾਡਾ ਰਿਸ਼ਤੇਦਾਰ, ਵੀ ਤੁਹਾਨੂੰ ਬਹੁਤੀ ਮਾਇਆ ਦਵਾਈ। ਜਦੋਂ ਇਹਨਾਂ ਚੌਵਾਂ ਠੱਗਾਂ ਨੇ ਸੁਣਿਆ ਨਾ ਵੀ ਜੈਦੇਵ ਨੇ ਮਾਇਆ ਦਵਾਈ ਹੈ, ਕਹਿਣ ਲੱਗੇ ਵੀ ਨਹੀਂ, ਇਹ ਤੇ ਸਾਡੇ ਇਲਾਕੇ ਦਾ ਚੰਡਾਲ ਹੈ। ਇਹਨੇ ਸਾਨੂੰ ਮਾਇਆ ਤਾਂ ਦਵਾਈ ਹੈ ਵੀ ਅਸੀਂ ਇਹਦਾ ਪਰਦਾ ਰਾਜੇ ਕੋਲ ਨਾ ਖੋਲੀਏ। ਰਾਜੇ ਵੱਲੋਂ ਪਰਦਾ ਬਣਿਆ ਹੀ ਰਵੇ, ਭਰਮ ਬਣਿਆ ਰਵੇ। ਰਾਜੇ ਕੋਲ ਇਹਦਾ ਪਰਦਾ ਨਾ ਖੋਲੀਏ, ਅਸੀਂ ਇਹਦਾ ਪਰਦਾ ਰੱਖੀਏ ਤੇ ਤਾਂ ਸਾਨੂੰ ਇਹਨੇ ਮਾਇਆ ਦਵਾਈ ਹੈ। ਇਹ ਹੈ ਤੇ ਚੰਡਾਲ। ਅਜੇ ਇੰਨਾ ਬਚਨ ਕੀਤਾ, ਕਹਿਣ ਲੱਗੇ ਧਰਤੀ ਫਟ ਗਈ ਉਸੇ ਵੇਲੇ ਤੇ ਚਾਰੇ ਦੇ ਚਾਰੇ ਠੱਗ ਵਿੱਚੇ ਧਰਤੀ ਦੇ ਗਰਕ ਹੋ ਗਏ।
ਸਿਪਾਹੀਆਂ ਨੇ ਵੇਖਿਆ ਵੀ ਇਹਦੇ ਚਾਰੇ ਹੀ ਮਿੱਟੀ ਵਿੱਚ ਦਫਨ ਹੋ ਗਏ। ਜਿਨ੍ਹਾਂ ਖੱਚਰਾਂ ਦੇ ਉੱਪਰ ਧਨ ਲੱਦਿਆ ਸੀ ਨਾ, ਲੈ ਕੇ ਵਾਪਸ ਆ ਗਏ। ਰਾਜੇ ਨੂੰ ਦੱਸਿਆ, ਕਹਿਣ ਲੱਗੇ, ਰਾਜਨ ਉਹ ਜਿਹੜੇ 4 ਵਿਅਕਤੀ ਆਏ ਸਨ ਉਹ ਤੇ ਧਰਤੀ ਵਿੱਚ ਗਰਕ ਹੋ ਗਏ। ਉਸ ਵੇਲੇ ਭਗਤ ਜੈਦੇਵ ਜੀਆਂ ਨੂੰ ਪਤਾ ਲੱਗਾ। ਜੈਦੇਵ ਜੀਆਂ ਨੇ ਆਪਣੇ ਦੋਨੇ ਟੁੰਡ ਵੱਡੇ ਹੋਏ ਨਾ, ਹੱਥ ਤੇ ਹੈ ਨਹੀਂ, ਕੱਲੀਆਂ ਬਾਹਾਂ ਹੀ ਨੇ। ਬਾਹਾਂ ਦੇ ਟੁੰਡ ਇੱਕ ਦੂਜੇ ਨਾਲ ਰਗੜ ਕੇ ਆਖਿਆ, ਕਹਿਣ ਲੱਗੇ, ਉਹ ਪ੍ਰਮਾਤਮਾ ਐਸੀ ਸਜ਼ਾ ਨਹੀਂ ਸੀ ਦੇਣੀ, ਮਾਫ ਹੀ ਕਰ ਦੇਣਾ ਸੀ। ਤਾਂ ਕੀ ਹੋਇਆ ਜੇ ਉਹਨਾਂ ਨੇ ਮੇਰੀ ਨਿੰਦਿਆ ਕੀਤੀ। ਜਦੋਂ ਐਸਾ ਬਚਨ ਕੀਤਾ, ਅਕਾਲ ਪੁਰਖ ਜੀ ਉਹਨਾਂ ਦੀ ਐਸੀ ਨਿਮਰਤਾ ਵੇਖ ਕੇ ਬੜੇ ਖੁਸ਼ ਹੋਏ। ਇੱਕ ਪਾਸੇ ਉਹਨਾਂ ਨੇ ਇਹਦੇ ਹੱਥ ਵੱਢੇ, ਦੂਜੇ ਪਾਸੇ ਇਹਨੂੰ ਚੰਡਾਲ ਵੀ ਆਖਿਆ, ਮਾੜੇ ਬਚਨ ਵੀ ਬੋਲੇ। ਪਰ ਇਹਨਾਂ ਨੇ ਹੰਕਾਰ ਵਿੱਚ ਆ ਕੇ ਜਾਂ ਕਿਸੇ ਤਰ੍ਹਾਂ ਦੀ ਹਉਮੈ ਵਿੱਚ ਆ ਕੇ ਉਹਨਾਂ ਦੇ ਨੁਕਸਾਨ ਵਾਸਤੇ ਨਹੀਂ, ਸਗੋਂ ਉਹਨਾਂ ਨੂੰ ਬਖਸ਼ਾਉਣ ਵਾਸਤੇ ਹੀ ਬੇਨਤੀ ਕੀਤੀ ਹੈ। ਇਹ ਭਗਤ ਮੇਰਾ ਬੜਾ ਚੰਗਾ ਹੈ। ਪਰਮਾਤਮਾ ਇੰਨੀ ਗੱਲ ਸੁਣ ਕੇ ਇੰਨੇ ਖੁਸ਼ ਹੋਏ, ਜਿਹੜੇ ਹੱਥ ਕੁਝ ਸਾਲ ਪਹਿਲਾਂ ਇਹਨਾਂ ਠੱਗਾਂ ਨੇ ਵੱਢ ਦਿੱਤੇ, ਅੱਜ ਪਰਮਾਤਮਾ ਨੇ ਦੁਬਾਰਾ ਫਿਰ ਉਹ ਹੱਥ ਭਗਤ ਜੈਦੇਵ ਜੀਆਂ ਦੇ ਉਸੇ ਤਰ੍ਹਾਂ ਹੀ ਲਾ ਦਿੱਤੇ ਜਿਵੇਂ ਪਹਿਲਾਂ ਸਨ। ਐਸੀ ਵਡਿਆਈ ਦੇ ਆਪ ਮਾਲਕ ਨੇ ਭਗਤ ਜੈਦੇਵ ਜੀ, ਜਿਨ੍ਹਾਂ ਦਾ ਜੀਵਨ ਭਗਤ ਨਾਮਦੇਵ ਜੀਆਂ ਦੇ ਬਚਨ ਕਰਨ ਕਰਕੇ ਜਿਨ੍ਹਾਂ ਨੂੰ ਜ਼ਿੰਦਗੀ ਮਿਲੀ ਹੈ। ਇਤਿਹਾਸ ਵਿੱਚ ਬਚਨ ਆਉਂਦਾ ਵੀ ਪਹਿਲੇ ਸਮੇਂ ਵਿੱਚ ਨਾ ਭਗਤ ਜੈਦੇਵ ਜੀ ਆਪਣਾ ਸਰੀਰ ਛੱਡ ਚੁੱਕੇ ਸਨ। ਤੇ ਉਸ ਵੇਲੇ ਦਾ ਰਿਵਾਜ ਇਹ ਸੀ ਵੀ ਜਦੋਂ ਬੰਦਾ ਮਰ ਜਾਵੇ ਤੇ ਉਹਦੀ ਇਸਤਰੀ ਨੂੰ ਨਾਲ ਹੀ ਉਹਦੇ ਸਤੀ ਹੋਣਾ ਪੈਂਦਾ, ਅੱਗ ਵਿੱਚ ਸੜਨਾ ਪੈਂਦਾ। ਇੱਕ ਪ੍ਰਥਾ ਸੀ ਉਸ ਵੇਲੇ ਬ੍ਰਾਹਮਣਾਂ ਦੇ ਵੱਲੋਂ ਬਣਾਈ ਗਈ ਕਿ ਲਾਲ ਸੂਹੇ ਬਸਤਰ ਪਵਾ ਕੇ, ਹੱਥ ਵਿੱਚ ਨਾਰੀਅਲ ਫੜਾ ਕੇ ਉਸ ਬੀਬੀ ਨੂੰ ਆਕਤ ਧੂਰਾ ਛਕਾਇਆ ਜਾਂਦਾ, ਸੁੱਖਾ ਵਗੈਰਾ ਪਿਆਇਆ ਜਾਂਦਾ, ਅਮਲ ਪਿਆਇਆ ਜਾਂਦਾ, ਤਾਂ ਕਿ ਅਮਲ ਦੇ ਵਿੱਚ ਸੁਰਤੀ ਬਿਰਤੀ ਕਾਇਮ ਨਾ ਰਵੇ ਤੇ ਝੂਮਦੀ ਰਵੇ। ਤੇ ਲੱਕੜਾਂ ਤੇ ਬਿਠਾ ਕੇ ਮੁੜ ਕੇ ਢੋਲ ਵਜਾ ਦਿੱਤੇ ਜਾਂਦੇ ਵੀ ਜੇ ਚੀਕਾਂ ਕੂਕਾਂ ਵੀ ਮਾਰੇ ਲੋਕਾਂ ਨੂੰ ਪਤਾ ਨਾ ਲੱਗੇ। ਇਸ ਤਰ੍ਹਾਂ ਜਿਉਂਦੀ ਔਰਤ ਨੂੰ ਮਰੇ ਹੋਏ ਬੰਦੇ ਦੇ ਨਾਲ ਹੀ ਸਾੜ ਦਿੰਦੇ। ਜਦੋਂ ਭਗਤ ਜੈਦੇਵ ਜੀ ਪੂਰੇ ਹੋ ਗਏ ਨਾ, ਸਰੀਰ ਛੱਡ ਗਏ, ਤੇ ਉਸ ਵੇਲੇ ਇਹਨਾਂ ਦੀ ਜਿਹੜੀ ਘਰਵਾਲੀ ਸੀ ਉਹ ਸੂਹੇ ਬਸਤਰ ਪਾ ਕੇ ਤੇ ਨਾਲ ਆਪਣੇ ਪਤੀ ਦੀ ਅਰਥੀ ਦੇ ਤੁਰੀ ਜਾਵੇ ਵੀ ਮੈਂ ਵੀ ਜਾ ਕੇ ਅੱਗ ਵਿੱਚ ਸੜਨਾ ਹੈ। ਰਸਤੇ ਵਿੱਚ ਨਾਮਦੇਵ ਭਗਤ ਬੈਠੇ ਤੇ ਉਹ ਬੀਬੀ ਨੇ ਜਾਂਦਿਆਂ ਵੇਖਿਆ ਵੀ ਰੱਬ ਦਾ ਕੋਈ ਭਗਤ ਬੈਠਾ ਹੈ। ਉਹਨੇ ਜਾ ਕੇ ਮੱਥਾ ਟੇਕਿਆ ਤੇ ਉਹ ਜਿਹੜੇ ਨਾਮਦੇਵ ਸਨ ਨਾ, ਉਹਨਾਂ ਦੇ ਮੁਖੋਂ ਬਚਨ ਹੋ ਗਿਆ, ਕਹਿਣ ਲੱਗੇ, ਬੀਬੀ ਸਦਾ ਸੁਹਾਗਣ ਹੋਵੇ। ਜਦੋਂ ਇੰਨਾ ਬਚਨ ਕੀਤਾ ਤੇ ਉਹ ਬੀਬੀ ਨੇ ਆਖਿਆ, ਜਿਹੜੇ ਅਰਥੀ ਚੁੱਕ ਕੇ ਤੁਰੇ ਜਾਂਦੇ ਨੇ ਉਹਨਾਂ ਨੂੰ ਕਹਿੰਦੀ, ਅਰਥੀ ਵਾਪਸ ਲੈ ਕੇ ਆਓ। ਵਾਪਸ ਲੈ ਆਂਦੀ। ਨਾਮਦੇਵ ਜੀਆਂ ਨੂੰ ਕਹਿਣ ਲੱਗੀ, ਕਹਿੰਦੇ, ਮਹਾਂਪੁਰਖੋ ਤੁਹਾਡੇ ਮੂੰਹੋਂ ਨਿਕਲਿਆ ਵੀ ਮੈਂ ਸੁਹਾਗਣ ਹੋਵਾਂ, ਪਰ ਮੈਂ ਤੇ ਵਿਧਵਾ ਹੋ ਚੁੱਕੀ, ਮੇਰਾ ਤੇ ਪਤੀ ਮਰ ਗਿਆ, ਮੈਂ ਤੇ ਸੰਸਕਾਰ ਕਰਨ ਲੱਗੀ। ਪਰ ਸੰਤਾਂ ਦਾ ਬਚਨ ਕਦੇ ਝੂਠਾ ਨਹੀਂ ਹੁੰਦਾ, ਸਾਧੂਆਂ ਦਾ ਬਚਨ ਕਦੇ ਖਾਲੀ ਨਹੀਂ ਜਾਂਦਾ। ਜੇ ਸੁਹਾਗਣ ਹੋਣ ਦਾ ਬਚਨ ਕੀਤਾ ਤੇ ਫਿਰ ਮਹਾਰਾਜ ਕਿਰਪਾ ਕਰੋ, ਇਹਨੂੰ ਜ਼ਿੰਦਗੀ ਬਖਸ਼ੋ। ਨਾਮਦੇਵ ਜੀ ਬਚਨ ਸੁਣ ਕੇ ਮਨ ਵਿੱਚ ਕਹਿਣ ਲੱਗੇ, ਉਹ ਮਨਾ, ਜੇ ਚੁੱਪ ਹੀ ਰਹਿੰਦੇ ਤੇ ਚੰਗਾ ਸੀ, ਹੁਣ ਬਚਨ ਕਰ ਬੈਠਿਆਂ ਤੇ ਪੂਰਾ ਵੀ ਕਰਨਾ ਪਵੇਗਾ। ਉਸ ਵੇਲੇ ਭਗਤ ਨਾਮਦੇਵ ਜੀਆਂ ਨੇ ਫਿਰ ਜੈਦੇਵ ਜੀਆਂ ਨੂੰ ਜਿਉਂਦਾ ਕੀਤਾ, ਐਸੀ ਕਿਰਪਾ ਕੀਤੀ। ਧੰਨ ਗੁਰੂ ਅਰਜਨ ਦੇਵ ਪਾਤਸ਼ਾਹ ਮਹਾਰਾਜ ਸਾਹਿਬ ਜੀ ਇੱਥੇ ਬਚਨ ਬਖਸ਼ਿਸ਼ ਕਰਦੇ ਪਏ, ਕਹਿਣ ਲੱਗੇ, ਜੈਦੇਵ ਤਿਆਗਿਓ ਅਹੰ ਮੇਵ। ਜਿਹੜੇ ਜੈਦੇਵ ਭਗਤ ਨੇ ਉਹਨਾਂ ਨੇ ਹੰਕਾਰ ਛੱਡਿਆ, ਹੰਕਾਰ ਛੱਡ ਕੇ ਰੱਬ ਦੀ ਭਗਤੀ ਵਾਲੇ ਹੋਏ। ਭਾਈ ਗੁਰਦਾਸ ਜੀ ਕਹਿਣ ਲੱਗੇ, ਪ੍ਰੇਮ ਭਗਤ ਜੈਦੇਵ ਕਰ। ਭਾਈ ਗੁਰਦਾਸ ਜੀ ਲਿਖਿਆ ਵੀ ਪ੍ਰੇਮਾ ਭਗਤੀ ਕਰਦੇ ਜੈਦੇਵ ਭਗਤ ਜੀ। ਗੀਤ ਗੋਬਿੰਦ ਇਹਨਾਂ ਨੇ ਕਵਿਤਾ ਲਿਖੀ ਹੈ, ਗ੍ਰੰਥ ਲਿਖਿਆ, ਉਹਦੇ ਵਿੱਚ ਪਰਮਾਤਮਾ ਦੀ ਭਗਤੀ ਦਾ ਵਰਣਨ ਕੀਤਾ। ਬੰਗਾਲ ਦੇ ਵਿੱਚ, ਕਰਨਾਟਕ ਦੇ ਵਿੱਚ ਬੜੇ ਪ੍ਰਸਿੱਧ ਆਪ ਜੀ ਦੀ ਕਵਿਤਾ ਮੰਨੀ ਜਾਂਦੀ ਹੈ। ਜਿਵੇਂ ਭਜਨ ਗਾਇਆ ਜਾਂਦਾ ਨਾ ਧਾਰਮਿਕ ਸਥਾਨਾਂ ਤੇ, ਇਸ ਤਰ੍ਹਾਂ ਭਗਤ ਜੀ ਦੀ ਉਹ ਜਿਹੜੀ ਕਿਤਾਬ ਹੈ ਗੀਤ ਗੋਬਿੰਦ ਕਵਿਤਾ, ਉਹ ਗਾਈ ਜਾਂਦੀ ਹੈ ਭਜਨ ਦੇ ਵਾਂਗ। ਇਹਨਾਂ ਸਤਿਕਾਰ ਹੈ। ਗੀਤ ਗੋਬਿੰਦ ਸਹਿਜ ਧੁਨ ਗਾਵੈ। ਭਾਈ ਗੁਰਦਾਸ ਜੀ ਕਹਿੰਦੇ ਵੀ ਉਹ ਗੀਤ ਗੋਬਿੰਦ ਨਾਮ ਦੀ ਕਵਿਤਾ ਆਪ ਗਾਉਂਦੇ ਹੀ ਰਹਿੰਦੇ, ਆਪਣੇ ਮੁਖੋਂ ਤੁਰੇ ਫਿਰਦੇ। ਲੀਲਾ ਚਲਤ ਵਖਾਣ ਦਾ ਅੰਤਰਜਾਮੀ ਠਾਕੁਰ ਭਾਵੈ। ਅੰਤਰਜਾਮੀ ਨੂੰ ਬੜੇ ਹੀ ਚੰਗੇ ਲੱਗਦੇ ਭਗਤ ਜੈਦੇਵ ਜੀ। ਅੱਖਰ ਇੱਕ ਨਾ ਆਵੜੈ, ਪੁਸਤਕ ਬੰਨ ਸੰਧਿਆ ਕਰਿਆ। ਕਹਿੰਦੇ ਕਵਿਤਾ ਲਿਖਦੇ ਪਏ ਤੇ ਇੱਕ ਪੰਕਤੀ ਨਹੀਂ ਵਿੱਚ ਪੂਰੀ ਹੁੰਦੀ। ਲਿਖਣਾ ਚਾਹੁੰਦੇ ਵੀ ਲਿਖੀ ਜਾਵੇ, ਪਰ ਦਿਮਾਗ ਦੇ ਵਿੱਚ ਔੜਦੀ ਨਹੀਂ ਪਈ, ਆਉਂਦੀ ਨਹੀਂ ਪਈ ਵੀ ਲਿਖੀਏ ਕਿ। ਹਰ ਵੇਲੇ ਪੁਸਤਕ ਨਾਲ ਹੀ ਚੁੱਕੀ ਰੱਖਦੇ ਵੀ ਜਦੋਂ ਕਿਤੇ
ਆਵੇਗੀ ਕਵਿਤਾ ਚੇਤੇ, ਪੰਕਤੀ ਚੇਤੇ ਆਵੇਗੀ, ਲਿਖ ਲਵਾਂਗਾ ਪਰ ਸਮਾਂ ਨਹੀਂ ਬਣਦਾ ਪਿਆ। ਗੁਣ ਨਿਧਾਨ ਕਰ ਆਏ ਕੈ ਭਗਤ ਰੂਪ ਲਿਖ ਲੇਖ ਬਣਾਵੇ। ਪਰਮਾਤਮਾ ਆ ਗਿਆ ਆਪ ਘਰ ਦੇ ਵਿੱਚ, ਤੇ ਭਗਤ ਜੈਦੇਵ ਦੀਆਂ ਦੀ ਉਹ ਕਵਿਤਾ ਜਿਹੜੀ ਪੂਰੀ ਨਹੀਂ ਹੁੰਦੀ ਪਈ ਆ ਪੰਕਤੀ, ਉਹ ਆਪ ਲਿਖੀ ਮਹਾਰਾਜ ਨੇ ਆ ਕੇ ਭਗਤ ਜੈਦੇਵ ਜੀਆਂ ਦੀ ਐਸੀ ਮਹਿਮਾ ਕਰਾਉਣ ਵਾਸਤੇ। ਅੱਖਰ ਪੜ੍ਹ ਪ੍ਰਤੀਤ ਕਰ ਹੋਏ ਬਿਸਮਾਦਨ ਅੰਗ ਸਮਾਵੈ। ਜਦੋਂ ਕਿਤੇ ਉਹ ਕਾਪੀ ਖੋਲ ਕੇ, ਉਹ ਡਾਇਰੀ ਖੋਲ ਕੇ ਜਿਹਦੇ ਉੱਪਰ ਲਿਖਦੇ ਸਨ ਕਿਤਾਬ, ਜਦੋਂ ਖੋਲ ਕੇ ਜੈਦੇਵ ਨੇ ਵੇਖੀ ਵੀ ਇਹਦੇ ਕਵਿਤਾ ਪੂਰੀ ਹੋ ਗਈ ਹੈ, ਸਮਝ ਆ ਗਈ ਇਹ ਮੈਂ ਨਹੀਂ ਪੂਰੀ ਕੀਤੀ, ਇਹ ਤੇ ਪਰਮਾਤਮਾ ਆਇਆ ਕਵਿਤਾ ਪੂਰੀ ਕਰਨ ਵਾਸਤੇ। ਤੇ ਜਦੋਂ ਪਰਮਾਤਮਾ ਹੀ ਆ ਗਿਆ ਤੇ ਫਿਰ ਖੁਸ਼ੀ ਇੰਨੀ ਹੈ ਵੀ ਹੁਣ ਆਪਣੇ ਆਪ ਵਿੱਚ ਖੁਸ਼ੀ ਸ਼ਮਾਉਂਦੀ ਨਹੀਂ ਪਈ ਹੈ। ਇੰਨਾ ਖੁਸ਼ ਕਿ ਮੈਂ ਤੇ ਪ੍ਰਵਾਨ ਹੋ ਗਿਆ, ਰੱਬ ਨੇ ਮੇਰੀ ਕਵਿਤਾ ਪ੍ਰਵਾਨ ਕਰ ਲਈ ਹੈ। ਵੇਖਿਆ ਜਾਏ ਉਜਾੜ ਵਿੱਚ ਬਿਰਖ ਇੱਕ ਆਚਰਜ ਸੁਹਾਵੈ। ਥੋੜਾ ਜਿਹਾ ਮਾਣ ਵੀ ਆ ਗਿਆ, ਗੁਰਮੁਖੋ ਮਾਣ ਆਉਣਾ ਸੁਭਾਵਿਕ ਹੀ ਹੈ। ਵਡਿਆਈ ਮਿਲੇ ਤੇ ਪ੍ਰਭਤਾ ਮਿਲੇ ਤੇ ਮਾਣ ਆਉਂਦਾ ਹੀ ਹੈ। ਮਾਣ ਇਸ ਗੱਲ ਦਾ ਵੀ ਰੱਬ ਨੂੰ ਕਵਿਤਾ ਚੰਗੀ ਲੱਗੀ ਤੇ ਰੱਬ ਨੇ ਮੇਰੀ ਕਵਿਤਾ ਪੂਰੀ ਕੀਤੀ ਹੈ। ਪਰ ਹਰ ਜੀਓ ਹੰਕਾਰ ਨਾ ਭਾਵੇ। ਪਰਮਾਤਮਾ ਨੂੰ ਹੰਕਾਰ ਚੰਗਾ ਨਹੀਂ ਲੱਗਦਾ। ਭਾਈ ਗੁਰਦਾਸ ਜੀ ਕਹਿੰਦੇ ਜਦੋਂ ਜੈਦੇਵ ਜੀ ਜੰਗਲ ਵਿੱਚ ਗਏ ਨਾ, ਉੱਥੇ ਰੁੱਖਾਂ ਦੇ ਪੱਤਿਆਂ ਦੇ ਉੱਪਰ ਕਵਿਤਾ ਲਿਖੀ ਹੋਈ। ਇਸ ਤਰ੍ਹਾਂ ਦਾ ਕੌਤਕ ਵਿਖਾ ਕੇ ਹੰਕਾਰ ਤੋੜ ਦਿੱਤਾ। ਗੀਤ ਗੋਬਿੰਦ ਸੰਪੂਰਨ ਪਤ ਪਤ ਲਿਖਿਆ ਅੰਤ ਨਾ ਪਾਵੈ। ਉਹ ਪਰਮਾਤਮਾ ਦੀ ਸਿਫਤ ਵਿੱਚ ਜਿਹੜਾ ਗੀਤ ਸੀ ਨਾ, ਗੀਤ ਗੋਬਿੰਦ, ਉਹ ਪਤ ਪਤ ਲਿਖਿਆ, ਪੱਤੇ ਪੱਤੇ ਤੇ ਲਿਖਿਆ ਜੈਦੇਵ ਜੀ ਨੇ ਉਸ ਵੇਲੇ ਵੇਖਿਆ। ਭਗਤ ਹੇਤ ਪ੍ਰਗਾਸ ਕਰ ਹੋਏ ਦਿਆਲ ਮਿਲੈ ਗਲ ਲਾਵੈ। ਭਗਤਾਂ ਦੇ ਵਾਸਤੇ ਐਸੇ ਆਪ ਕਿਰਪਾ ਕਰ ਦਿੰਦੇ, ਦਿਆਲੂ ਹੋ ਕੇ ਜੈਦੇਵ ਨੂੰ ਆਪਣੇ ਗੱਲ ਲਾਉਂਦੇ। ਸੰਤ ਅਨੰਤ ਨ ਭੇਦ ਗੁਨਾਵੈ। ਸੰਤਾਂ ਨੂੰ ਪਰਮਾਤਮਾ ਆਪਣੇ ਗੱਲ ਲਾ ਲੈਂਦਾ ਹੈ, ਕਿਉਂਕਿ ਉਹ ਅਨੰਤ ਬੇਅੰਤ ਹੈ ਅਤੇ ਭਗਤਾਂ ਵਿੱਚ ਤੇ ਰੱਬ ਦੇ ਵਿੱਚ ਫਰਕ ਕੋਈ ਨਹੀਂ ਹੈ। ਐਸੇ ਨੇ ਗੁਰਮੁਖੋ ਭਗਤ ਜੈਦੇਵ ਜੀ, ਜਿਨ੍ਹਾਂ ਨੇ ਸਰੀਰ ਕਰਕੇ 44 ਸਾਲ ਦੀ ਉਮਰਾ ਮਾਨ ਕੇ ਆਪ ਨੇ 1245 ਵਿੱਚ ਆਪਣਾ ਸਰੀਰ ਛੱਡਿਆ। ਐਸੇ ਵੈਰਾਗ ਦੇ ਵਿੱਚ ਰਹਿ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਬਾਣੀ ਇਹਨਾਂ ਦੀ ਦਰਜ ਹੈ। ਗੁਰੂ ਅਰਜਨ ਦੇਵ ਪਾਤਸ਼ਾਹ ਫਰਮਾਉਂਦੇ ਹਨ, ਜੈਦੇਵ ਤਿਆਗੋ ਅਹਮੇਵ। ਇਹ ਜਿਹੜਾ ਜੈਦੇਵ ਭਗਤ ਜੀ ਹਨ, ਇਹਨਾਂ ਨੇ ਅਹੰਮੇਵ ਕਹੀਏ ਹੰਕਾਰ ਹੀ ਛੱਡ ਦਿੱਤਾ। ਜਦੋਂ ਪੱਤੇ ਪੱਤੇ ਤੇ ਰੱਬ ਦਾ ਲਿਖਿਆ ਹੋਇਆ ਨਾਮ ਵੇਖਿਆ, ਐਸੀ ਨਿਮਰਤਾ ਐਸਾ ਪਿਆਰ ਇਹਨਾਂ ਦੇ ਮਨ ਵਿੱਚ ਬਣਿਆ। ਗੁਰੂ ਅਰਜਨ ਦੇਵ ਪਾਤਸ਼ਾਹ ਕਹਿੰਦੇ ਸੁਨ ਸਾਖੀ ਮਨ ਜਪ ਪਿਆਰ। ਭਾਈ ਪਿਆਰਿਆ, ਇਹ ਸਾਖੀ ਤਾਂ ਤੁਹਾਨੂੰ ਸੁਣਾਈ ਹੈ ਕਿਉਂਕਿ ਤੁਹਾਡੇ ਮਨ ਵਿੱਚ ਵੀ ਪਿਆਰ ਪੈਦਾ ਹੋਵੇ ਪਰਮਾਤਮਾ ਦੇ ਪ੍ਰਤੀ, ਵੀ ਅਸੀਂ ਵੀ ਉਹਦੀ ਭਗਤੀ ਕਰੀਏ, ਬੰਦਗੀ ਕਰੀਏ, ਉਹਨੂੰ ਮਿਲੀਏ। ਇਹ ਸਾਖੀਆਂ ਤਾਂ ਸੁਣਾਈਆਂ ਕਹਿੰਦੇ ਭਗਤਾਂ ਦੇ ਜੀਵਨ ਦੀਆਂ। ਇਹਨੂੰ ਸੁਣ ਕੇ ਪੜ੍ਹ ਕੇ ਮਨ ਵਿੱਚ ਪਿਆਰ ਪੈਦਾ ਹੁੰਦਾ ਹੈ। ਐਸੇ ਆਪ ਜੀ ਸ੍ਰੇਸ਼ਟ ਭਗਤ ਪਰਮਾਤਮਾ ਦੇ ਸਤਿਗੁਰੂ ਪਾਤਸ਼ਾਹ ਮਹਾਰਾਜ ਸਾਹਿਬ ਜੀ ਬਖਸ਼ਿਸ਼ ਕਰਦੇ ਹਨ। ਨਾਈ ਉਧਰਿਓ ਸੈਨ ਸੇਵ। ਭਗਤ ਸੈਨ ਜੀ ਜਿਹੜੇ ਹੋਏ ਨੇ, ਇਹਨਾਂ ਦੀ ਗੁਰਬਾਣੀ ਵੀ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਦਰਜ ਹੈ। ਸ੍ਰੀ ਸੈਨ ਧੂਪ ਦੀਪ ਘ੍ਰਿਤ ਸਾਜ ਆਰਤੀ ਵਾਰਨੇ ਜਾਓ। ਕਮਲਾਪਤੀ ਮੰਗਲਾ ਹਰ ਮੰਗਲਾ ਨਿਤ ਮੰਗਲ ਰਾਜਾ। ਰਾਮ ਰਾਏ ਕੋ ਊਤਮ ਦੀਅਰਾ ਨਿਰਮਲ ਬਾਤੀ ਤੂ ਹੀ ਨਿਰੰਜਨ ਕਮਲਾ। ਪਾਤੀ ਰਾਮਾ ਭਗਤ ਰਾਮਾਨੰਦ ਜਾਣੈ ਪੂਰਨ ਪਰਮਾਨੰਦ ਬਖਾਨੈ ਬਦਨ ਮੂਰਤ ਪੈ ਤਾਰ ਗੋਬਿੰਦੇ ਸੈਣ ਭਣੇ ਭਾਜ ਪਰਮਾਨੰਦੇ। ਇਹ ਐਸੇ ਭਗਤ ਹੋਏ ਭਗਤ ਸੈਣ ਜੀ। ਇਹ ਪੰਜਾਬ ਦੇ ਰਹਿਣ ਵਾਲੇ ਸਨ, ਪੰਜਾਬੀ ਸਨ ਭਗਤ ਸੈਣ ਜੀ। ਅੰਮ੍ਰਿਤਸਰ ਦਾ ਜਿਹੜਾ ਜ਼ਿਲ੍ਹਾ ਹੈ, ਇਸ ਜ਼ਿਲ੍ਹੇ ਦੇ ਵਿੱਚ ਇਹਨਾਂ ਦੇ ਪਿੰਡ ਦਾ ਨਾਮ ਮੂਹਲ ਹੈ। ਮੂਹਲ ਨਾਮ ਦਾ ਪਿੰਡ ਹੈ ਅੰਮ੍ਰਿਤਸਰ ਜ਼ਿਲ੍ਹੇ ਵਿੱਚ। ਇੱਥੇ ਆਪ ਜੀ ਦਾ ਅਵਤਾਰ ਹੋਇਆ ਹੈ। ਆਪ ਜੀ ਨੇ ਇੱਥੇ ਜਨਮ ਲਿਆ ਹੈ। ਇਹਨਾਂ ਦੀ ਯਾਦ ਵਿੱਚ ਗੁਰਦੁਆਰਾ ਸਾਹਿਬ ਇੱਥੇ ਬਣਿਆ ਹੋਇਆ ਹੈ। ਇੱਕ ਸੋਹਣਾ ਸਰੋਵਰ ਵੀ ਉੱਥੇ ਬਣਿਆ। ਆਪ ਸੰਗਤਾਂ ਜੇ ਕਿਤੇ ਦਰਸ਼ਨ ਕਰਨ ਦਾ ਸਮਾਂ ਮਿਲੇ, ਭਗਤ ਜੀਆਂ ਦੇ ਜਨਮ ਸਥਾਨ ਦੇ ਦਰਸ਼ਨ ਕਰਨੇ ਚਾਹੀਦੇ। ਤੇ ਇਲਾਕੇ ਦੇ ਲੋਕ ਇਹ ਗੱਲ ਕਹਿੰਦੇ ਨੇ ਵੀ ਇਹ ਸਰੋਵਰ ਦਾ ਟੱਕ ਆਪ ਲਾਇਆ ਸੀ ਇਹਨਾਂ ਨੇ, ਭਗਤ ਸੈਣ ਜੀਆਂ ਨੇ। ਤੇ ਸੋਹਣਾ ਸਰੋਵਰ ਬਣਿਆ, ਗੁਰੂ ਘਰ ਵੀ ਸੰਗਤ ਨੇ ਹੁਣ ਉੱਥੇ ਬਣਾਇਆ ਹੋਇਆ। ਸੋ ਇਸ ਤਰ੍ਹਾਂ ਇਹ ਮੋਹਲ ਨਾਮ ਦਾ ਪਿੰਡ ਹੈ। ਮਾਤਾ ਜੀ ਦਾ ਨਾਮ ਮਾਤਾ ਜੀਵਨੀ ਜੀ ਆਇਆ ਇਤਿਹਾਸ ਦੇ ਵਿੱਚ, ਤੇ ਪਿਤਾ ਜੀ ਦਾ ਨਾਮ ਆਇਆ ਮੁਕੰਦ ਰਾਏ। ਉਹਨਾਂ ਦੇ ਗ੍ਰਹਿ ਵਿਖੇ ਆਪ ਨੇ
ਮੱਘਰ ਦੀ ਪੂਰਨਮਾਸ਼ੀ ਨੂੰ ਅਵਤਾਰ ਲਿਆ ਹੈ, ਜਨਮ ਲਿਆ ਹੈ। ਇਸ ਤਰ੍ਹਾਂ ਦੇ ਭਗਤ ਸੈਣ ਜੀ ਹੋਏ, ਜਿਨ੍ਹਾਂ ਦੀ ਬੜੀ ਭਾਰੀ ਉਪਮਾ ਹੈ। ਕਹਿਣ ਲੱਗੇ ਵੀ ਐਸਾ ਜਸ ਹੈ। ਕਈਆਂ ਨੇ ਇਹਨਾਂ ਨੂੰ ਇਹ ਲਿਖਿਆ ਹੈ ਵੀ ਆਪ ਕਰਨਾਟਕਾ ਦੇ ਰਹਿਣ ਵਾਲੇ ਸਨ, ਕਿਉਂਕਿ ਕੁਝ ਸਮਾਂ ਆਪ ਨੇ ਕਰਨਾਟਕਾ ਦੇ ਰਾਜੇ, ਜਿਹੜਾ ਬਿਦਰ ਸ਼ਹਿਰ, ਉਹਨੇ ਬਿਦਰ ਦਾ ਜਿਹੜਾ ਰਾਜਾ ਸੀਗਾ, ਉੱਥੇ ਆਪ ਨੇ ਨੌਕਰੀ ਕੀਤੀ ਹੈ। ਕੁਝ ਸਮਾਂ ਉੱਥੇ ਵੀ ਰਹੇ। ਕਈਆਂ ਨੇ ਰਾਜਸਥਾਨ ਦੇ ਰਾਜੇ ਦੇ ਕੋਲ ਰਹਿਣਾ ਵੀ ਆਪ ਦਾ ਲਿਖਿਆ ਹੈ। ਸੋ ਇਸ ਤਰ੍ਹਾਂ ਇਹਨਾਂ ਦੀਆਂ ਵੱਖਰੀਆਂ ਵੱਖਰੀਆਂ ਵਿਚਾਰਾਂ ਨੇ ਵਿਦਵਾਨਾਂ ਦੀਆਂ, ਵੀ ਇਸ ਤਰ੍ਹਾਂ ਆਪ ਆਪਣਾ ਸਮਾਂ ਬਤੀਤ ਕਰਦੇ ਪਏ। ਗੁਰੂ ਅਰਜਨ ਦੇਵ ਪਾਤਸ਼ਾਹ ਕਹਿਣ ਲੱਗੇ, ਸੈਣ ਨਾਈ ਬੁਤਕਾਰੀਆ ਉਹ ਘਰ ਘਰ ਸੁਣਿਆ, ਹਿਰਦੈ ਵਸਿਆ ਪਾਰ ਬ੍ਰਹਮ ਭਗਤਾਂ ਮੈਂ ਗਣਿਆ। ਭਗਤਾਂ ਵਿੱਚ ਗਿਣਿਆ ਜਾਂਦਾ ਭਗਤ ਸੈਣ ਜੀਆਂ ਨੂੰ, ਜਿਨ੍ਹਾਂ ਦਾ ਕੰਮ ਸੀ ਘਰ ਘਰ ਵਿੱਚ ਬੁੱਤੀਆਂ ਕੱਢੀਆਂ, ਘਰਾਂ ਘਰਾਂ ਦਾ ਕੰਮ ਕਰਨਾ, ਜਾ ਕੇ ਇਹ ਕੰਮ ਕਰਿਆ ਕਰਦੇ। ਪਰ ਹੌਲੀ ਹੌਲੀ ਰੱਬ ਦੀ ਬੰਦਗੀ ਕਰਦਿਆਂ ਪਰਮੇਸ਼ਰ ਦੇ ਨਾਮ ਦੇ ਨਾਲ ਹੀ ਜੁੜ ਗਏ। ਇਤਿਹਾਸ ਦੇ ਵਿੱਚ ਇੱਕ ਸਾਖੀ ਆਉਂਦੀ ਹੈ ਕਿ ਭਗਤ ਸੈਣ ਜੀ, ਇੱਕ ਵਾਰੀ ਸੰਤਾਂ ਦੀ ਮੰਡਲੀ ਆ ਗਈ, ਸਾਧੂ ਆ ਗਏ ਇਕੱਠੇ ਹੋ ਕੇ, ਤੇ ਭਗਤ ਸੈਣ ਜੀ ਉਹ ਸਾਧੂਆਂ ਦੀ ਮੰਡਲੀ ਵਿੱਚ ਬੈਠ ਗਏ ਤੇ ਕੀਰਤਨ ਭਜਨ ਕਰਨ ਲੱਗ ਪਿਆ। ਨਾਲ ਹੀ ਰਾਜੇ ਦੀ ਨੌਕਰੀ ਕਰਦੇ ਸਨ, ਮਾਲਸ਼ ਕਰਿਆ ਕਰਦੇ, ਮੁੱਠੀ ਚਾਪੀ ਕਰਿਆ ਕਰਦੇ। ਪਰ ਰੱਬ ਦੀ ਭਗਤੀ ਕਰਦਿਆਂ ਕਰਦਿਆਂ ਚੇਤਾ ਹੀ ਭੁੱਲ ਗਿਆ ਵੀ ਰਾਜੇ ਦੇ ਕੋਲ ਜਾਣਾ ਹੈ। ਆਪ ਐਸੀ ਬੰਦਗੀ ਦੇ ਵਿੱਚ ਲਵਲੀਨ ਹੋ ਗਏ। ਇੱਧਰ ਰਾਜਾ ਭਗਤ ਸੈਣ ਜੀਆਂ ਦੀ ਉਡੀਕ ਕਰਦਾ ਪਿਆ ਹੈ। ਪਰਮਾਤਮਾ ਨੂੰ ਆਪ ਭਗਤ ਸੈਣ ਜੀ ਦਾ ਰੂਪ ਬਣਾਉਣਾ ਪਿਆ। ਰੱਬ ਆਪ ਆ ਗਿਆ ਦੁਨੀਆ ਤੇ, ਭਗਤ ਸੈਣ ਜੀ ਦਾ ਰੂਪ ਬਣਾ ਕੇ ਰਾਜੇ ਦੀ ਜਾ ਕੇ ਉਹਨਾਂ ਨੇ ਮਾਲਸ਼ ਕੀਤੀ ਹੈ। ਮਾਲਸ਼ ਜਦੋਂ ਕੀਤੀ ਹੈ, ਜਿਹੜਾ ਰਾਜੇ ਨੂੰ ਰੋਗ ਲੱਗਾ ਸੀ ਨਾ, ਉਹ ਰੋਗ ਪਰਮਾਤਮਾ ਦੇ ਹੱਥ ਲੱਗੇ, ਜਾ ਕੇ ਸਰੀਰ ਨੂੰ ਰੋਗ ਹੀ ਖਤਮ ਹੋ ਗਿਆ, ਸਰੀਰ ਨਵਾਂ ਨਰੋਇਆ ਹੋ ਗਿਆ। ਅੰਮ੍ਰਿਤ ਵੇਲਾ ਹੋਇਆ, ਦੀਵਾਨ ਦੀ ਸਮਾਪਤੀ ਹੋਈ ਹੈ। ਭਗਤ ਸੈਣ ਜੀ ਸੋਚਦੇ ਪਏ ਮਨ ਦੇ ਵਿੱਚ ਵੀ ਅੱਜ ਰਾਜਾ ਬਹੁਤ ਭਾਰੀ ਝਿੜਕਾਂ ਦੇਵੇਗਾ, ਝਗੜਾ ਕਰੇਗਾ, ਮੈਂ ਨੌਕਰੀ ਤੋਂ ਵੀ ਉਹਨੇ ਕੱਢ ਦੇਣਾ, ਕਿਉਂਕਿ ਮੈਂ ਰਾਜੇ ਦੀ ਸੇਵਾ ਵਿੱਚ ਨਹੀਂ ਜਾ ਸਕਿਆ। ਜਦੋਂ ਭਗਤ ਸੈਣ ਜੀ ਗਏ ਰਾਜੇ ਦੇ ਕੋਲ, ਉਦਾਸ ਹੋਏ। ਭਗਤ ਜੀ ਨੂੰ ਆਉਂਦਿਆਂ ਵੇਖ ਕੇ ਰਾਜੇ ਨੇ ਆਵਾਜ਼ ਮਾਰੀ, ਦੂਰੋਂ ਹੀ ਬੋਲਣ ਲੱਗ ਪਿਆ। ਕਹਿਣ ਲੱਗੇ, ਸੈਣ ਜੀ, ਜਿਹੜੀ ਕੱਲ ਤੁਸੀਂ ਰਾਤ ਮਾਲਸ਼ ਕੀਤੀ ਹੈ ਨਾ, ਇਸ ਤਰ੍ਹਾਂ ਦੀ ਕਦੇ ਮਾਲਸ਼ ਨਹੀਂ ਕੀਤੀ। ਮੇਰਾ ਸਰੀਰ ਬੜਾ ਦਰਦ ਕਰਦਾ ਸੀ, ਰੋਗ ਲੱਗੇ, ਤੁਸੀਂ ਮਾਲਸ਼ ਕੀਤੀ ਹੈ, ਮੇਰੇ ਤੇ ਰੋਗ ਦਰਦ ਹੀ ਖਤਮ ਹੋ ਗਿਆ। ਉਸ ਵੇਲੇ ਭਗਤ ਜੀ ਨੇ ਜਾਣਿਆ ਵੀ ਮੈਂ ਤੇ ਰਾਤ ਸੰਗਤ ਵਿੱਚ ਬੈਠਾ ਹੋਇਆ। ਮਨ ਵਿੱਚ ਫਿਰ ਇਹ ਵਿਚਾਰ ਆ ਗਿਆ ਵੀ ਮੇਰੀ ਥਾਂ ਤੇ ਪਰਮਾਤਮਾ, ਇਹ ਮੇਰੀ ਥਾਂ ਤੇ ਸੇਵਾ ਕਰਕੇ ਗਿਆ ਹੈ, ਇਹਨਾਂ ਮੈਨੂੰ ਮਾਣ ਬਖਸ਼ਿਆ ਪਰਮਾਤਮਾ ਨੇ। ਉਸ ਵੇਲੇ ਦਾ ਬਚਨ ਆਉਂਦਾ ਹੈ, ਭਾਈ ਗੁਰਦਾਸ ਜੀ ਕਹਿੰਦੇ ਵੀ ਰਾਜੇ ਨੇ ਆਪਣੀ ਪੋਸ਼ਾਕ ਲਾ ਕੇ, ਆਪਣੇ ਗਲ ਦੀ ਪੋਸ਼ਾਕ, ਸ਼ਾਹੀ ਪੋਸ਼ਾਕ, ਉਹ ਭਗਤ ਸੈਣ ਜੀਆਂ ਦੇ ਗਲ ਪਾ ਦਿੱਤੀ। ਇੰਨਾ ਮਾਣ ਦਿੱਤਾ ਰਾਜੇ ਨੇ, ਆਪਣੇ ਸਿੰਘਾਸਨ ਤੇ ਬਿਠਾ ਦਿੱਤਾ। ਕਹਿਣ ਲੱਗੇ, ਤੁਸੀਂ ਹੁਣ ਰਾਜ ਕਰੋ ਤੇ ਮੈਂ ਹੁਣ ਜੰਗਲ ਵਿੱਚ ਜਾ ਕੇ ਭਗਤੀ ਕਰਦਾ। ਇਹ ਜਿਹੜੇ ਭਗਤ ਸੈਣ ਜੀ, ਇਹ ਨਾਈ ਹੋਏ। ਨਾਈਆਂ ਨੂੰ ਕੁਝ ਲੋਕ ਰਾਜੇ ਵੀ ਕਹਿ ਦਿੰਦੇ ਆ। ਘਰਾਂ ਵਿੱਚ ਪਹਿਲੇ ਸਮੇਂ ਜਦੋਂ ਵਿਆਹ ਹੁੰਦਾ ਸੀ ਨਾ, ਵਿਆਹਾਂ ਵਿੱਚ ਜਾ ਕੇ ਚੌਲ ਵਗੈਰਾ ਬਣਾਉਣੇ, ਖੀਰਾਂ ਭਾਜੀਆਂ ਬਣਾਉਣੀਆਂ, ਇਹ ਕੰਮ ਹੋਇਆ ਕਰਦਾ ਸੀਗਾ। ਇਹ ਜਿਹੜਾ ਨਾਈ ਨੂੰ ਰਾਜੇ ਕਹਿਣਾ, ਇਹ ਉੱਥੋਂ ਚੱਲਿਆ ਹੈ ਕਿ ਰਾਜੇ ਨੇ ਇਹਨਾਂ ਦੀ ਸੇਵਾ ਵੇਖ ਕੇ ਆਪਣੀ ਥਾਂ ਤੇ ਰਾਜ ਹੀ ਦੇ ਦਿੱਤਾ। ਆਪ ਜੰਗਲ ਨੂੰ ਚਲੇ ਗਏ ਤੇ ਉਦੋਂ ਤੋਂ ਫਿਰ ਇਹਨਾਂ ਨੂੰ ਰਾਜੇ ਵੀ ਕਹਿਣ ਲੱਗ ਪਏ ਜਿਹੜੇ ਨਾਈ ਸਨ। ਉਹਦੇ ਨਾਲ ਫਿਰ ਬਚਨ ਇਹ ਆ ਗਿਆ, ਇੱਕ ਦਿਨ ਆਪ ਸਿੰਘਾਸਨ ਤੇ ਬੈਠੇ ਹੋਏ, ਬੈਠਿਆਂ ਬੈਠਿਆਂ ਪਰਮਾਤਮਾ ਦੀ ਬੰਦਗੀ ਦੇ ਵਿੱਚ ਐਸੇ ਲੀਨ ਹੋਏ, ਇੰਨਾ ਵੈਰਾਗ ਆ ਗਿਆ, ਵੈਰਾਗ ਦੇ ਵਿੱਚ ਆਪਣਾ ਆਪ ਭੁੱਲ ਹੀ ਗਏ। ਆਪਣਾ ਭੁੱਲ ਗਏ ਜਦੋਂ ਸਿੰਘਾਸਨ ਤੋਂ ਡਿੱਗਣ ਲੱਗੇ ਨਾ ਥੱਲੇ, ਵੈਰਾਗ ਦੇ ਵਿੱਚ ਵੀ ਆਪਣੇ ਆਪ ਦਾ ਚੇਤਾ ਹੀ ਨਹੀਂ ਹੈ। ਪਰਮਾਤਮਾ ਨੇ ਆ ਕੇ ਖੁਦ ਉਸ ਵੇਲੇ ਆਸਰਾ ਦਿੱਤਾ। ਕਹਿਣ ਲੱਗੇ, ਸੈਣ ਜੀ, ਇਹ ਕੀ ਕਰਦੇ ਪਏ? ਇਹ ਰਾਜ ਵੀ ਤੇ ਮੈਂ ਹੀ ਤੁਹਾਨੂੰ ਬਖਸ਼ਿਆ, ਤੁਸੀਂ ਇੰਨਾ ਵੈਰਾਗ ਕਿਉਂ ਕਰਦੇ ਪਏ? ਆਪ ਰਾਜ ਦਾ ਸੁਖ ਲਵੋ, ਨਾਲ ਬੰਦਗੀ ਕਰੋ, ਤੁਹਾਡਾ ਜੀਵਨ ਸਫਲਾ ਹੋਵੇ। ਇਸ ਤਰ੍ਹਾਂ ਦੇ ਇਹ ਭਗਤ ਜਿਹੜੇ ਨੇ, ਇਹ ਸ੍ਰੀ ਸੈਣ ਜੀ ਹੋਏ ਨੇ। ਬੜੀ ਭਾਰੀ ਇਹਨਾਂ ਦੀ ਮਹਿਮਾ ਗੁਰਬਾਣੀ ਦੇ ਵਿੱਚ ਮਹਾਰਾਜ ਨੇ ਲਿਖੀ ਹੈ। ਭਗਤ ਰਵਿਦਾਸ ਜੀ ਆਪਣੀ ਗੁਰਬਾਣੀ ਦੇ ਵਿੱਚ ਵੀ ਉਹਨਾਂ ਨੇ ਜ਼ਿਕਰ ਕੀਤਾ। ਕਹਿਣ ਲੱਗੇ ਕਿ ਨਾਮਾ ਕਬੀਰ, ਉੱਥੇ ਬਚਨ ਆ ਗਿਆ, ਸਦਨਾ ਸੈਣ ਤਰੈ, ਕਹ ਕਹਿਤ ਕਬੀਰ ਸੁਨੋ ਰੇ ਸੰਤੋ,
ਇਸ ਤਰ੍ਹਾਂ ਦੇ ਆਪਾਂ ਬਚਨ ਪੜ੍ਹਦੇ ਹਾਂ ਗੁਰਬਾਣੀ ਦੇ ਵਿੱਚ। ਉੱਥੇ ਭਗਤ ਸੈਣ ਜੀ ਦਾ ਜ਼ਿਕਰ ਕੀਤਾ। ਭਗਤਾਂ ਨੇ ਵੀ ਗੁਰਬਾਣੀ ਵਿੱਚ ਇੰਨੀ ਵਡਿਆਈ ਆਪ ਜੀ ਦੀ ਸੰਸਾਰ ਵਿੱਚ ਬਣੀ ਹੋਈ, ਐਸੀ ਵੱਡੀ ਉਪਮਾ ਦੇ ਆਪ ਮਾਲਕ ਨੇ। ਸੋ ਮਹਾਰਾਜ ਗੁਰੂ ਅਰਜਨ ਦੇਵ ਪਾਤਸ਼ਾਹ ਜੀ ਉਸ ਵੇਲੇ ਬਚਨ ਬਖਸ਼ਿਸ਼ ਕਰਦੇ ਹਨ। ਢਾਈ ਉਧਰਿਓ ਸੈਨ ਸੇਵ। ਸਤਿਗੁਰੂ ਪਾਤਸ਼ਾਹ ਮਹਾਰਾਜ ਕਹਿਣ ਲੱਗੇ ਵੀ ਇਹ ਜਿਹੜੇ ਭਗਤ ਸੈਣ ਜੀ ਨੇ ਇਹ ਜਾਤ ਦੇ ਨਾਈ ਸਨ ਤੇ ਇਹਨਾਂ ਦਾ ਵੀ ਉਧਾਰ ਹੋਇਆ। ਨਾਮ ਜਪ ਕੇ ਇਹਨਾਂ ਨੂੰ ਵੀ ਵੱਡੀ ਭਾਰੀ ਮਹਿਮਾ ਜਿਹੜੀ ਹੈ ਉਹ ਵਡਿਆਈ ਪ੍ਰਾਪਤ ਹੋਈ। ਐਸੀ ਆਪ ਮਹਿਮਾ ਦੇ ਮਾਲਕ, ਐਸੇ ਆਪ ਵੱਡੇ ਭਗਤ ਜਿਨ੍ਹਾਂ ਦੀ ਉਪਮਾ ਜਿਹੜੀ ਹੈ ਉਹ ਕਹੀ ਨਹੀਂ ਜਾ ਸਕਦੀ ਹੈ। ਭਾਈ ਸਾਹਿਬ ਭਾਈ ਗੁਰਦਾਸ ਜੀ ਨੇ ਵੀ ਇਹਨਾਂ ਦੀ ਮਹਿਮਾ ਵਿੱਚ ਬਚਨ ਲਿਖਿਆ ਹੈ। ਕਹਿਣ ਲੱਗੇ ਸੁਨ ਪ੍ਰਤਾਪ ਕਬੀਰ ਦਾ। ਕਬੀਰ ਸਾਹਿਬ ਜੀ ਦਾ ਪ੍ਰਤਾਪ ਸੁਣ ਕੇ ਨਾ ਵੀ ਕਬੀਰ ਸਾਹਿਬ ਜੀ ਵੀ ਜਾਤ ਦੇ ਜੁਲਾਏ ਹੋਏ ਨੇ ਤੇ ਉਹ ਨਾਮ ਜਪਦੇ ਪਏ, ਰਾਮਾਨੰਦ ਦੇ ਚੇਲੇ ਹੋਏ। ਤੇ ਭਗਤ ਸੈਣ ਵੀ ਪੰਜਾਬ ਤੋਂ ਚੱਲ ਕੇ ਫਿਰ ਕਾਂਸ਼ੀ ਦੇ ਵਿੱਚ ਗਏ। ਰਾਮਾਨੰਦ ਜੀ ਨੂੰ ਜਾ ਕੇ ਆਪਣਾ ਗੁਰੂ ਬਣਾਇਆ। ਉਹਨਾਂ ਦੇ ਕੋਲੋਂ ਨਾਮ ਦਾ ਕਿਨਕਾ ਲਿਆ ਵੀ ਮੇਰੇ ਤੇ ਵੀ ਕਿਰਪਾ ਕਰੋ ਜੀ, ਜਿਵੇਂ ਤੁਸੀਂ ਕਬੀਰ ਸਾਹਿਬ ਜੀਆਂ ਨੂੰ ਬਖਸ਼ਿਸ਼ ਕੀਤੀ ਹੈ ਮੇਰੇ ਤੇ ਵੀ ਕਿਰਪਾ ਕਰੋ। ਇਤਿਹਾਸਕਾਰ ਕਹਿੰਦੇ ਨੇ ਵੀ ਰਾਮਾਨੰਦ ਜੀਆਂ ਦੇ ਵੱਡੇ ਚੇਲਿਆਂ ਦੇ ਵਿੱਚੋਂ ਸਭ ਤੋਂ ਵੱਡੇ ਚੇਲੇ ਭਗਤ ਕਬੀਰ ਸਾਹਿਬ ਨੇ ਤੇ ਦੂਜੇ ਨੰਬਰ ਤੇ ਜੇ ਕੋਈ ਆਉਂਦਾ ਹੈ ਤੇ ਉਹ ਭਗਤ ਸੈਣ ਜੀ ਨੇ। ਸੋ ਇਹਨਾਂ ਨੇ ਵੀ ਬੜੀ ਕਮਾਈ ਕੀਤੀ ਨਾਮ ਲੈ ਕੇ। ਸੁਨ ਪ੍ਰਤਾਪ ਕਬੀਰ ਦਾ ਦੂਜਾ ਸਿੱਖ ਹੋਆ ਸੈਣ ਨਾਈ। ਭਗਤ ਭਾਈ ਗੁਰਦਾਸ ਜੀ ਕਹਿੰਦੇ ਵੀ ਕਬੀਰ ਸਾਹਿਬ ਜੀ ਦਾ ਪ੍ਰਤਾਪ ਚੌਵਾਂ ਪਾਸਿਆਂ ਤੇ ਸੁਣਿਆ ਗਿਆ। ਇਹ ਪ੍ਰਤਾਪ ਸੁਣ ਕੇ ਫਿਰ ਦੂਜਾ ਜੇ ਕੋਈ ਸਿੱਖ ਹੋਇਆ ਨਾ ਰਾਮਾਨੰਦ ਜੀ ਦਾ, ਉਹ ਸੈਣ ਜੀ ਹੋਏ। ਚਲੇ ਗਿਆ ਉਹਨਾਂ ਦੇ ਕੋਲ, ਕਹਿੰਦੇ ਸਾਨੂੰ ਵੀ ਉਪਦੇਸ਼ ਦੇਵੋ। ਪ੍ਰੇਮ ਭਗਤ ਰਾਤੀ ਕਰੈ। ਜਦੋਂ ਉਪਦੇਸ਼ ਮਿਲ ਗਿਆ ਸਾਰੀ ਰਾਤ ਚੌਂਕੜਾ ਲਾ ਕੇ ਬੈਠੇ ਰਹਿੰਦੇ, ਰਾਮ 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 ਦੀ ਧੁਨੀ ਕਰਦੇ ਰਹਿੰਦੇ। ਪ੍ਰੇਮ ਭਗਤ ਰਾਤੀ ਕਰੈ। ਭਾਈ ਗੁਰਦਾਸ ਜੀ ਕਹਿੰਦੇ ਵੀ ਸਾਰੀ ਰਾਤ ਪ੍ਰੇਮਾ ਭਗਤੀ ਭਗਤ ਸੈਣ ਜੀ ਕਰਦੇ। ਭਲਕੇ ਰਾਜ ਦੁਆਰੈ ਜਾਈ। ਜਦੋਂ ਅੰਮ੍ਰਿਤ ਵੇਲਾ ਹੁੰਦਾ ਨਾ ਸਵੇਰ ਵੇਲਾ, ਜਿਹਨੂੰ ਆਪਾਂ ਕਹਿੰਦੇ ਤੜਕਸਾਰ, ਤੜਕੇ ਫਿਰ ਉੱਠ ਪੈਂਦੇ ਤੇ ਰਾਜੇ ਦੇ ਮਹਿਲ ਵਿੱਚ ਚਲੇ ਜਾਂਦੇ। ਰਾਜੇ ਦੀ ਮਾਲਸ਼ ਕਰਦੇ, ਮੁੱਠੀ ਚਾਪੀ ਕਰਦੇ, ਇਸ਼ਨਾਨ ਕਰਾਉਂਦੇ। ਅੱਜ ਵੀ ਵਿਆਹਾਂ ਦੇ ਵਿੱਚ ਜਦੋਂ ਵਿਆਹ ਵਾਲੇ ਲੜਕੇ ਨੂੰ ਨਵਾਇਆ ਜਾਂਦਾ ਤੇ ਉਸ ਵੇਲੇ ਰਾਜੇ ਲੋਕ ਇਸ਼ਨਾਨ ਦਾ ਕੰਮ ਅੱਜ ਵੀ ਕਈਆਂ ਪਿੰਡਾਂ ਵਿੱਚ ਕਰਵਾਉਂਦੇ। ਸੋ ਇਹ ਭਗਤ ਸੈਣ ਜੀ ਇਸ ਤਰ੍ਹਾਂ ਰਾਜੇ ਦੀ ਸੇਵਾ ਕਰਿਆ ਕਰਦੇ। ਆਏ ਸੰਤ ਪ੍ਰਾਹੁਣੇ। ਇੱਕ ਦਿਨ ਕੀ ਹੋਇਆ ਵੀ ਜਿੱਥੇ ਰਹਿੰਦੇ ਸਨ ਭਗਤ ਸੈਣ ਜੀ ਉੱਥੇ ਕੁਝ ਸੰਤਾਂ ਦੀ ਮੰਡਲੀ ਆ ਗਈ। ਉਹ ਬੈਠ ਗਏ। ਕੀਰਤਨ ਹੋਆ ਰੈਨ ਸਬਾਈ। ਸਾਰੀ ਰਾਤ ਹੀ ਪਰਮਾਤਮਾ ਦੇ ਨਾਮ ਦਾ ਕੀਰਤਨ ਹੀ ਹੁੰਦਾ ਰਿਹਾ, ਭਜਨ ਹੁੰਦਾ ਰਿਹਾ। ਜਿੱਥੇ ਹੋਰ ਸੰਗਤਾਂ ਬੈਠੀਆਂ ਉੱਥੇ ਭਗਤ ਸੈਣ ਜੀ ਵੀ ਬੈਠੇ ਕੀਰਤਨ ਦੇ ਵਿੱਚ। ਇੰਨੇ ਮਸਤ ਹੋ ਗਿਆ, ਸਮਾਧੀ ਲੱਗ ਗਈ। ਸਮਾਧੀ ਲੱਗੀ, ਚੇਤਾ ਹੀ ਭੁੱਲ ਗਿਆ ਵੀ ਕਿਤੇ ਜਾਣਾ ਵੀ, ਇੰਨਾ ਨਾਮ ਦਾ ਰਸ ਆਉਂਦਾ ਪਿਆ ਹੈ। ਛੱਡ ਨਾ ਸਕੈ ਸੰਤ ਜਨ। ਹੁਣ ਸੰਤਾਂ ਦੀ ਸੰਗਤ ਛੱਡ ਕੇ ਜਾਣ ਨੂੰ ਜੀ ਨਹੀਂ ਕਰਦਾ, ਕਿਉਂਕਿ ਜਿਸ ਤਰ੍ਹਾਂ ਦਾ ਮਨੁੱਖ ਹੋਵੇ ਨਾ, ਜਿਵੇਂ ਹੁਣ ਭੌਰਾ ਹੈ, ਉਹਨੂੰ ਕਮਲ ਦੇ ਫੁੱਲ ਦੀ ਸੁਗੰਧੀ ਚੰਗੀ ਲੱਗਦੀ ਹੈ, ਜੋ ਕਮਲ ਦੇ ਫੁੱਲ ਨੂੰ ਛੱਡ ਕੇ ਜਾ ਨਹੀਂ ਸਕਦਾ। ਜਿਵੇਂ ਦਾ ਕੋਈ ਵਿਅਕਤੀ ਹੋਵੇ, ਚੋਰ ਨੂੰ ਚੋਰ ਚੰਗਾ ਲੱਗਦਾ ਹੈ, ਨਿੰਦਕ ਨੂੰ ਨਿੰਦਕ ਚੰਗਾ ਲੱਗਦਾ, ਚੁਗਲੀਬਾਜ਼ ਨੂੰ ਚੁਗਲੀਬਾਜ਼ ਚੰਗਾ ਲੱਗਦਾ, ਪਾਪੀ ਨੂੰ ਪਾਪੀ ਚੰਗਾ। ਮਹਾਰਾਜ ਕਹਿੰਦੇ ਪਾਪ ਬੁਰਾ ਪਾਪੀ ਕੋ ਪਿਆਰਾ। ਪਾਪ ਤੇ ਹੈ ਬੜਾ ਮਾੜਾ, ਪਰ ਪਾਪੀਆਂ ਨੂੰ ਚੰਗਾ ਲੱਗਦਾ ਤੇ ਤਾਂ ਹੀ ਕਰਦੇ ਨੇ। ਇਸੇ ਤਰ੍ਹਾਂ ਜਿਹੜੇ ਗੁਰਮੁਖ ਨੇ ਉਹਨਾਂ ਨੂੰ ਗੁਰਮੁਖਾਂ ਦੀ ਸੰਗਤ ਚੰਗੀ ਲੱਗਦੀ ਹੈ। ਤਾਂ ਹੀ ਆਪਾਂ ਆਖਦੇ ਗੁਰੂ ਗ੍ਰੰਥ ਸਾਹਿਬ ਦੇ ਅੱਗੇ ਰੋਜ਼, ਸਈ ਪਿਆਰੇ ਮੇਲ ਜਿਨ੍ਹਾਂ ਮਿਲਿਆ ਤੇਰਾ ਨਾਮ ਚਿਤ ਆਵੇ। ਜੇ ਚੋਰ ਨੂੰ ਚੋਰ ਚੰਗਾ ਤੇ ਚੁਗਲ ਨੂੰ ਚੁਗਲ ਚੰਗਾ ਲੱਗਦਾ ਹੈ, ਰੱਬ ਦੇ ਪਿਆਰਿਆਂ ਨੂੰ ਰੱਬ ਦਾ ਭਗਤ ਚੰਗਾ ਲੱਗਦਾ। ਸੋ ਨਿਹਾਲ। ਉਹ ਫਿਰ ਜਿਹੜੇ ਗੁਰਮੁਖ ਨੇ ਉਹ ਅਰਦਾਸ ਕਰਦੇ ਵੀ ਸੱਚੇ ਪਾਤਸ਼ਾਹ ਉਹਨਾਂ ਦਾ ਮੇਲ ਹੋਵੇ, ਜਿਨ੍ਹਾਂ ਦੇ ਨਾਲ ਮਿਲ ਕੇ ਅਸੀਂ ਰੱਬ ਦੀ ਭਗਤੀ ਕਰੀਏ, ਨਾਮ ਜਪੀਏ। ਇੱਧਰ ਭਗਤ ਸੈਣ ਜੀ ਬੈਠੇ ਹੋਏ ਸੰਗਤ ਵਿੱਚ, ਕਹਿਣ ਲੱਗੇ ਛੱਡ ਨਾ ਸਕੈ ਸੰਤ ਜਨ। ਸੰਤਾਂ ਦੀ ਸੰਗਤ ਛੱਡ ਹੀ ਨਹੀਂ ਸਕਦੇ, ਬੈਠੇ ਰਹਿ। ਰਾਜ ਦਵਾਰ ਨ ਸੇਵ ਕਮਾਈ। ਰਾਜੇ ਦੇ ਮਹਿਲ ਵਿੱਚ ਜਾਇਆ ਹੀ ਨਹੀਂ ਗਿਆ। ਉਹ ਜਿਹੜੀ ਸੇਵਾ ਕਰਨ ਦਾ ਟਾਈਮ ਸੀਗਾ, ਮਾਲਸ਼ ਕਰਨ ਦਾ, ਇਸ਼ਨਾਨ ਦਾ, ਮੁੱਠੀ ਚਾਪੀ ਦਾ, ਉਹ ਨਹੀਂ, ਅੱਜ ਹੋ ਹੀ ਨਹੀਂ ਸਕੀ ਸੇਵਾ। ਐਸਾ ਸੰਗਤ ਵਿੱਚ ਆ ਬੈਠੇ ਰਹਿ। ਸੈਨ ਰੂਪ ਹਰ ਜਾਏਗਾ। ਭਾਈ ਗੁਰਦਾਸ ਨੇ ਬਚਨ ਲਿਖਿਆ, ਬਚਨ ਝੂਠਾ ਨਹੀਂ। ਕਹਿਣ ਲੱਗੇ ਉਸ ਵੇਲੇ ਹਰੀ ਪ੍ਰਮਾਤਮਾ ਆਪ ਸੈਣ ਜੀ ਬਣ ਗਏ। ਭਗਤ ਜੀ ਦਾ ਰੂਪ ਹੀ ਬਣਾ ਲਿਆ ਉਹਨਾਂ ਨੇ।
ਆਇਆ ਰਾਣੇ ਨੂੰ ਰਿਝਾਈ, ਆਪ ਆ ਗਏ ਹਰੀਹਰ ਪਰਮੇਸ਼ਰ। ਭਗਤ ਸੈਣ ਬਣ ਕੇ ਇੰਨੀ ਸੇਵਾ ਕੀਤੀ ਰਾਜੇ ਦੀ, ਰਾਜਾ ਖੁਸ਼ ਹੋ ਗਿਆ ਸੇਵਾ ਵੇਖ। ਉਹਦੇ ਸਰੀਰ ਦੇ ਦੁੱਖ ਰੋਗ ਉਸੇ ਵੇਲੇ ਕੱਟੇ ਗਏ, ਤੰਦਰੁਸਤ ਹੋ ਗਿਆ, ਬਿਮਾਰੀਆਂ ਦੂਰ ਹੋ ਗਈਆਂ। ਤੇ ਕਹਿਣ ਲੱਗੇ ਸਾਜਦਾਂ ਨੂੰ ਵਿਦਾ ਕਰ। ਇਧਰੋਂ ਰੱਬ ਨੇ ਸੇਵਾ ਕੀਤੀ ਤੇ ਪਰਮਾਤਮਾ ਵੀ ਚਲੇ ਗਏ। ਇਧਰੋਂ ਸਾਧੂਆਂ ਨੇ ਕੀਰਤਨ ਸਮਾਪਤ ਕੀਤਾ, ਦੀਵਾਨ ਦੀ ਸਮਾਪਤੀ ਹੋਈ ਤੇ ਭਗਤ ਸੈਣ ਜੀਆਂ ਨੇ ਸਾਧੂਆਂ ਨੂੰ ਵਿਦਾ ਕਰਕੇ ਵੇਖਿਆ ਵੀ ਹੁਣ ਟਾਈਮ ਹੋ ਗਿਆ। ਰਾਜ ਦੁਆਰ ਗਿਆ ਸ਼ਰਮਾਈ। ਭਾਈ ਗੁਰਦਾਸ ਜੀ ਕਹਿੰਦੇ ਵੀ ਮਨ ਵਿੱਚ ਵੀ ਸ਼ਰਮ, ਅੱਖਾਂ ਵਿੱਚ ਵੀ ਸ਼ਰਮ, ਲਾਜ ਹੈ ਵੀ ਯਾਰ ਨੌਕਰੀ ਕਰਦੇ ਸੀ ਤੇ ਨੌਕਰੀ ਤੇ ਪਹੁੰਚਿਆ ਨਹੀਂ ਗਿਆ। ਰਾਜਾ ਪਤਾ ਨਹੀਂ ਹੁਣ ਕਿੰਨਾ ਕੁ ਮੈਨੂੰ ਤਾੜੇਗਾ, ਕਿੰਨੀ ਕੁ ਬੇਇੱਜ਼ਤੀ ਕਰੇਗਾ, ਕਿੰਨਾ ਕੁ ਝਿੜਕੇਗਾ, ਪਤਾ ਨਹੀਂ ਮੇਰੇ ਨਾਲ ਕੀ ਬਣੇਗਾ। ਇਸ ਤਰ੍ਹਾਂ ਸ਼ਰਮਾਉਂਦੇ ਹੋਏ ਮਨ ਵਿੱਚ ਡਰ ਰੱਖ ਕੇ ਤੁਰੇ ਜਾਂਦੇ। ਰਾਣੇ ਦੂਰੋਂ ਸੱਦ ਕੇ, ਅਜੇ ਭਗਤ ਜੀ ਦੂਰ ਹੀ ਨੇ, ਰਾਜੇ ਨੇ ਪਹਿਲਾਂ ਹੀ ਆਵਾਜ਼ ਮਾਰ ਲਈ, ਉਹ ਸੈਣ ਜੀ ਇੱਧਰ ਨੂੰ ਆਓ, ਸੈਣ ਜੀ ਇੱਧਰ ਨੂੰ ਆਓ, ਮੇਰੇ ਕੋਲ ਆਓ। ਤੇ ਭਗਤ ਸੈਣ ਜੀ ਪਹੁੰਚ ਗਿਆ ਰਾਜੇ ਦੇ ਕੋਲ। ਇਸ ਤੋਂ ਪਹਿਲਾਂ ਕਿ ਮਾਫੀ ਮੰਗਦੇ ਵੀ ਮੈਂ ਨਹੀਂ ਰਾਤ ਆ ਸਕਿਆ, ਵੀ ਸਾਡੇ ਪਿੰਡ ਸਾਡੇ ਘਰ ਸੰਤ ਆਏ ਸਨ, ਇਸ ਤੋਂ ਪਹਿਲਾਂ ਕਿ ਇਹ ਗੱਲ ਕਹਿ ਕੇ ਮਾਫੀ ਮੰਗਦੇ, ਕਹਿਣ ਲੱਗੇ ਉਸ ਵੇਲੇ ਕਵਾਏ ਖੋਲ ਪਹਿਨਾਈ, ਗਲਹੋਂ ਕਵਾਏ ਖੋਲ ਪਹਿਨਾਈ। ਭਾਈ ਗੁਰਦਾਸ ਜੀ ਕਹਿੰਦੇ ਵੀ ਰਾਜੇ ਨੇ ਆਖਿਆ ਮੇਰੀ ਪੋਸ਼ਾਕ ਲੈ ਕੇ ਆਓ ਨੌਕਰਾਂ ਨੂੰ ਛੇਤੀ ਦੇ ਨਾਲ। ਤੇ ਉਸ ਵੇਲੇ ਪੋਸ਼ਾਕ ਲਿਆਂਦੀ ਗਈ। ਕਹਿਣ ਲੱਗੇ ਇਹ ਸੈਣ ਜੀ ਤੁਸੀਂ ਪਾਓ, ਰਾਜੇ ਦੀ ਵਰਦੀ ਮਿਲ ਜਾਣੀ ਕਿਤੇ ਨਿੱਕੀ ਗੱਲ ਥੋੜੀ ਹੈ, ਵੱਡਾ ਸਨਮਾਨ ਹੈ। ਜਿਵੇਂ ਅੱਜ ਕੋਈ ਦੇਸ਼ ਵਾਸਤੇ ਜਾਂ ਕੌਮ ਵਾਸਤੇ ਵੱਡਾ ਕੋਈ ਕੰਮ ਕਰੇ ਤੇ ਉਹਨੂੰ ਵੱਡਾ ਸਨਮਾਨ ਮਿਲਦਾ ਨਾ, ਉਸ ਨੂੰ ਪਦਮ ਸ਼੍ਰੀ ਦਿੱਤਾ ਜਾਂਦਾ, ਹੋਰ ਕਈ ਤਰ੍ਹਾਂ ਦੇ ਇਨਾਮ ਖਿਤਾਬ ਦਿੱਤੇ ਜਾਂਦੇ। ਜੇ ਧਰਮ ਕੌਮ ਵਾਸਤੇ ਕੋਈ ਸ਼ਹੀਦੀ ਪ੍ਰਾਪਤ ਕਰਦਾ ਜਾਂ ਕਿਸੇ ਦੁਸ਼ਟ ਨੂੰ ਸੋਧਾ ਲੱਗਦਾ ਤੇ ਉਹਨੂੰ ਨਿਹੰਗ ਸਿੰਘ ਫਰਲਾ ਦੇ ਦਿੰਦੇ। ਇਹ ਸਨਮਾਨ ਹੈ ਪੰਥ ਵੱਲੋਂ ਵੀ ਇਹਨੇ ਵੱਡਾ ਕੰਮ ਕੀਤਾ, ਭਾਈ ਇਹਨੂੰ ਫਰਲਾ ਬਖਸ਼ਿਸ਼ ਕਰੋ। ਇਹ ਮਿਲਦਾ ਜਿਨ੍ਹਾਂ ਨੇ ਕੋਈ ਚੰਗਾ ਕੰਮ ਕੀਤਾ ਹੈ। ਉਸ ਵੇਲੇ ਰਾਜੇ ਨੇ ਇਹ ਸਨਮਾਨ ਦਿੱਤਾ, ਕਹਿੰਦਾ ਮੇਰੀ ਪੋਸ਼ਾਕ ਪਵਾਓ ਇਹਨੂੰ, ਇਹਨੇ ਏਡੀ ਸੋਹਣੀ ਸੇਵਾ ਕੀਤੀ ਹੈ। ਵਸ ਕੀਤਾ ਹਉ ਤੁਧ ਅੱਜ। ਰਾਜਾ ਕਹਿੰਦਾ ਵੀ ਤੂੰ ਤੇ ਮੈਨੂੰ ਵਸ ਹੀ ਕਰ ਲਿਆ ਅੱਜ ਸੇਵਾ ਕਰਕੇ, ਮੈਂ ਤੇ ਤੇਰਾ ਇਸ ਵੇਲੇ ਗੋਲਾ ਬਣ ਗਿਆ, ਤੇਰਾ ਹੀ ਹੋ ਗਿਆ। ਬੋਲਿਆ ਰਾਜ ਸੁਣੈ ਲੋਕਾਈ। ਰਾਜਾ ਬੋਲਦਾ ਪਿਆ, ਸੈਣ ਜੀ ਵੀ ਸੁਣਦੇ ਪਏ, ਲੋਕ ਵੀ ਸੁਣਦੇ ਪਏ। ਕਹਿੰਦੇ ਵੀ ਇੰਨਾ ਮਾਣ ਮਿਲਿਆ, ਮੁੱਠੀ ਚਾਪੀ ਦੀ ਹੋਰ ਵੀ ਬੜੇ ਕਰਦੇ, ਪਰ ਸੈਣ ਜੀ ਨੂੰ ਬਹੁਤਾ ਮਾਣ ਬਖਸ਼ਿਆ ਹੈ। ਪ੍ਰਗਟ ਕਰੈ ਭਗਤ ਵਡਿਆਈ। ਭਾਈ ਗੁਰਦਾਸ ਜੀ ਕਹਿੰਦੇ ਰੱਬ ਇਸ ਤਰ੍ਹਾਂ ਭਗਤਾਂ ਦੀ ਵਡਿਆਈ ਪ੍ਰਗਟ ਕਰਦਾ ਹੈ, ਇੰਨਾ ਮਾਣ ਦਿੰਦਾ ਹੈ। ਗੁਰਬਾਣੀ ਦੇ ਵਿੱਚ ਆਪਾਂ ਬਚਨ ਪੜ੍ਹਦੇ ਹਾਂ, ਸਤਿਗੁਰੂ ਪਾਤਸ਼ਾਹ ਜੀ ਏਡੇ ਵੱਡੇ ਉਹ ਰਾਖੋ ਰਾਖਣ ਹਾਰ ਦਿਆਲਾ ਨਾਨਕ ਘਰ ਕੇ। ਅਸੀਂ ਤੇ ਗੋਲੇ ਸੀ, ਆਪ ਜੀ ਨੇ ਰੱਖ ਲਿਆ ਹੱਥ ਦੇ ਕੇ। ਤੇ ਸਤਿਗੁਰੂ ਪਾਤਸ਼ਾਹ ਮਹਾਰਾਜ ਜੀ ਆਪਣੇ ਭਗਤਾਂ ਨੂੰ ਮਾਣ ਦਿੰਦੇ, ਵਡਿਆਈ ਦਿੰਦੇ। ਐਸੇ ਭਗਤ ਨੇ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਆਪਣੀ ਬਾਣੀ ਦਰਜ ਕਰਵਾਈ ਹੈ, ਜਿਹਦੇ ਵਿੱਚ ਉਹਨਾਂ ਨੇ ਆਖਿਆ ਸ੍ਰੀ ਸੈਨ ਧੂਪ ਦੀਪ ਘ੍ਰਿਤ ਸਾਜ ਆਰਤੀ ਵਾਰਨੇ ਜਾਓ ਕਮਲਾ ਪਤੀ। ਫਿਰ ਰਾਜੇ ਨੂੰ ਆਖਿਆ, ਕਹਿੰਦੇ ਹੁਣ ਸਾਨੂੰ ਆਗਿਆ ਦਿਓ ਜੀ, ਜਿਨ੍ਹਾਂ ਨੇ ਤੁਹਾਡੀ ਸੇਵਾ ਕੀਤੀ ਹੈ ਨਾ ਰਾਜ। ਕਹਿਣ ਲੱਗੇ ਹਾਂ। ਕਹਿੰਦੇ ਬਸ ਹੁਣ ਇਹ ਜੀਵਨ ਉਹਨਾਂ ਦੀ ਸੇਵਾ ਵਿੱਚ ਹੀ ਸਾਰਾ ਲੱਗ ਜਾਣਾ, ਮੈਂ ਤੇ ਉਹਨਾਂ ਦੀ ਹੁਣ ਸੇਵਾ ਕਰਾਂਗਾ ਜਿਨ੍ਹਾਂ ਨੇ ਤੁਹਾਡੀ ਸੇਵਾ ਕੀਤੀ ਹੈ। ਐਸੇ ਹੋਏ ਨੇ ਗੁਰਮੁਖੋ ਭਗਤ ਸੈਣ ਜੀ। ਮਹਾਰਾਜ ਉਹਨਾਂ ਦੀ ਮਹਿਮਾ ਕਰਦੇ ਪਏ, ਉਪਮਾ ਕਰਦਿਆਂ ਬਚਨ ਕਰਦੇ, ਕਹਿੰਦੇ ਭਾਈ ਇਸ ਤਰ੍ਹਾਂ ਦੇ ਗੁਰਮੁਖ ਭਗਤ ਇਹ ਭਗਤ ਸੈਣ ਜੀ ਹੋਏ ਹਨ। ਮਨ ਡੀਗ ਨਾ ਡੋਲੇ ਕਹੂੰ ਜਾਏ। ਸਤਿਗੁਰੂ ਪਾਤਸ਼ਾਹ ਕਹਿਣ ਲੱਗੇ ਹੇ ਮਨ ਡੀਗ ਨਾ ਡੋਲੇ, ਡੱਕੇ ਡੋਲੇ ਨਾ ਖਾ, ਅੱਗੇ ਪਿੱਛੇ ਨਾ ਵੱਜ, ਇਹ ਕਰਾਂ ਕਿ ਉਹ ਕਰਾਂ, ਕਰਾਂ ਕਿ ਨਾ ਕਰਾਂ। ਮਨ ਐ ਮਨਾ ਡੀਗ ਨਾ ਡੋਲੇ, ਡੱਕੋ ਡੋਲੇ ਨਾ ਖਾ, ਅੱਗੇ ਪਿੱਛੇ ਨਾ ਵੱਜ। ਕਦੇ ਫੁਰਨਾ ਬਣਾ ਲਿਆ, ਕਦੇ ਢਾਲਿਆ, ਕਹੂੰ ਨਾ ਜਾਏ, ਕਿਤੇ ਜਾਣ ਦੀ ਲੋੜ ਨਹੀਂ ਹੈ। ਇਹ ਨਾ ਸੋਚ ਵੀ ਪਹਾੜਾਂ ਨੂੰ ਚਲੇ ਜਾਵਾਂ, ਜੰਗਲਾਂ ਨੂੰ ਚਲੇ ਜਾਵਾਂ, ਬਰਫੀਲੇ ਥਾਵਾਂ ਤੇ ਚੌਂਕੜੇ ਲਾ ਕੇ ਬੈਠ ਜਾਵਾਂ, ਨਹੀਂ, ਕਿਤੇ ਨਾ ਜਾਏ, ਕਿਤੇ ਜਾਣ ਦੀ ਤੈਨੂੰ ਲੋੜ ਹੀ ਨਹੀਂ। ਘਰ ਲਾਗੋ ਰੇ ਰੰਗ, ਗੁਰਬਾਣੀ ਦਾ ਬਚਨ ਆਪਾਂ ਪੜ੍ਹਦੇ ਹਨ, ਕੱਤ ਜਾਈਐ ਰੇ ਘਰ ਲਾਗੋ ਰੰਗ। ਜਦੋਂ ਘਰੋਂ ਹੀ ਆਨੰਦ ਪ੍ਰਾਪਤ ਹੋ ਗਿਆ ਮਨ ਵਿੱਚੋਂ, ਫਿਰ ਜਾਣਾ ਕਿੱਥੇ ਹੈ। ਪਾਤਸ਼ਾਹ ਬਖਸ਼ਿਸ਼ ਕਰਦੇ ਹਨ। ਮਨ ਡੀਗ ਨਾ ਡੋਲੇ ਕਹੂੰ ਜਾਏ। ਸਤਿਗੁਰੂ ਪਾਤਸ਼ਾਹ ਕਹਿਣ ਲੱਗੇ ਮਨਾਂ ਡਿੱਗਣ ਦੀ ਲੋੜ ਨਹੀਂ ਹੈ, ਮਨ ਢਾਉਣ ਦੀ ਲੋੜ ਨਹੀਂ। ਪਿਛਲੀ ਉਮਰ ਗੁਨਾਹ ਹੀ ਬੀਤੀ। ਕਈ ਵਾਰੀ ਬੰਦਾ ਸੋਚਦਾ ਵੀ 70 ਸਾਲ ਦੇ ਹੋ ਗਿਆ, ਸਾਰੀ ਉਮਰ ਗੁਨਾਹ ਹੀ ਕੀਤੀ।
ਪ੍ਰਭ ਕੀ ਭਗਤ ਨਾ ਕੀਤੀ, ਰੱਬ ਦੀ ਭਗਤੀ ਕੀਤੀ ਨਹੀਂ, ਮਨ ਉਦਾਸ ਹੋ ਜਾਂਦਾ, ਡਿੱਗ ਪੈਂਦਾ ਹੈ। ਨੰਦ ਲਾਲ ਜੀ ਕਹਿਣ ਲੱਗੇ, ਆਗੇ ਸਮਝ ਚੱਲੋ ਨੰਦ ਲਾਲਾ, ਪਾਛਾ ਜੋ ਬੀਤੀ ਜੋ ਪਿੱਛੇ ਹੋ ਗਿਆ। ਮਨ ਢਾਉਣ ਦੀ ਲੋੜ ਨਹੀਂ, ਉਦਾਸ ਹੋਣ ਦੀ ਲੋੜ ਨਹੀਂ ਹੈ ਕਿ ਮੈਂ ਨਾਮ ਨਹੀਂ ਜਪ ਸਕਿਆ। ਕੀ ਕਰਨਾ ਚਾਹੀਦਾ? ਕਤਹੂ ਨਾ ਜਾਏ, ਕਹਿੰਦੇ ਕਿਤੇ ਨਹੀਂ ਜਾਣਾ ਚਾਹੀਦਾ। ਮਹਾਰਾਜ ਫਿਰ ਕੀ ਕਰੀਏ? ਕਹਿੰਦੇ ਫਿਰ 10ਵੇਂ ਪਾਤਸ਼ਾਹ ਦਾ ਬਚਨ ਪੜ੍ਹ ਲਓ, ਸਗਲ ਦਵਾਰ ਕੋ ਛਾੜ ਕੇ ਗਇਓ ਤੁਹਾਰੋ ਦਵਾਰ, ਬਾਹੇ ਗਹਿ ਕੀ ਲਾਜ ਯਸ। ਗੋਬਿੰਦ ਦਾਸ ਤੁਹਾਰ ਬੇਨਤੀ ਹੈ, ਸਤਿਗੁਰੂ ਤੁਹਾਨੂੰ ਛੱਡ ਕੇ ਤੇ ਜਾਣਾ ਹੀ ਨਹੀਂ। ਜਿਵੇਂ ਕੁੱਤਾ ਮਾਲਕ ਦਾ ਘਰ ਨਹੀਂ ਛੱਡਦਾ, ਮੈਂ ਵੀ ਤੁਹਾਨੂੰ ਨਹੀਂ ਛੱਡਦਾ। ਹਾਂ ਮਨ ਤੂੰ ਵੀ ਤਰਸੈ ਸ਼ਰਨ ਪਾਏ। ਸਤਿਗੁਰੂ ਪਾਤਸ਼ਾਹ ਕਹਿਣ ਲੱਗੇ, ਭਾਈ ਜੇ ਸੰਤਾਂ ਦੀ ਸ਼ਰਨ ਵਿੱਚ ਤੂੰ ਪਵੇਂਗਾ ਨਾ ਤੇ ਤੂੰ ਵੀ ਤਰਸੈ ਤੋਂ ਭਾਵ ਤਰ ਜਾਏਗਾ। ਇਹ ਨਹੀਂ ਹੈ ਵੀ ਕੱਲਾ ਕਬੀਰ ਸਾਹਿਬ ਤਰੇ ਜਾਂ ਭਗਤ ਸੈਣ ਜੀ ਤਰੇ ਜਾਂ ਉਦੋਂ ਹੀ ਭਗਤ ਤਰੇ ਨੇ, ਅੱਜ ਤਰ ਕੋਈ ਨਹੀਂ ਸਕਦਾ। ਪਾਤਸ਼ਾਹ ਕਹਿੰਦੇ ਅੱਜ ਵੀ ਤਰਦੇ ਪਏ, ਪਰਮਾਤਮਾ ਤੇ ਸਦਾ ਹੀ ਤਾਰਦਾ ਪਿਆ ਹੈ। ਜਿਹੜੇ ਅੱਜ ਵੀ ਬੰਦਗੀ ਕਰਨਗੇ, ਨਾਮ ਜਪਣਗੇ, ਉਹਨਾਂ ਨੂੰ ਵੀ ਉਹ ਤਾਰ ਦੇਵੇਗਾ। ਤਰਸੇ ਤੋਂ ਭਾਵ ਤਰ ਜਾਣਾ, ਤਰ ਜਾਏਗਾ ਜੇ ਨਾਮ ਜਪੇਗਾ, ਬੰਦਗੀ ਕਰੇਗਾ। ਗੁਰੂ ਅਰਜਨ ਦੇਵ ਪਾਤਸ਼ਾਹ ਕਹਿੰਦੇ, ਸੁਣ ਸਾਖੀ ਮਨ ਜਪ ਪਿਆਰ। ਸਾਖੀਆਂ ਸੁਣੋ ਭਲਿਆ, ਰੱਬ ਦਿਆਂ ਭਗਤਾਂ ਦੀਆਂ, ਤੇਰੇ ਮਨ ਵਿੱਚ ਵੀ ਪਿਆਰ ਹੋਵੇ, ਪਿਆਰ ਪੈਦਾ ਹੋਵੇ ਕਿ ਮੈਂ ਵੀ ਬੰਦਗੀ ਕਰਾਂ। ਅੱਜ ਆਪਾਂ ਭਗਤ ਜੈਦੇਵ ਜੀ ਤੇ ਭਗਤ ਸ੍ਰੀ ਸੈਣ ਜੀ ਦਾ ਇਤਿਹਾਸ, ਉਹਦੇ ਵਿੱਚੋਂ ਬਚਨ ਇਹੋ ਹੀ ਲੱਭਿਆ। ਇਹਨਾਂ ਦੋਨਾਂ ਭਗਤਾਂ ਨੇ ਰੱਬ ਦੀ ਬੰਦਗੀ ਕਰਕੇ ਉਹਦੀ ਪ੍ਰਾਪਤੀ ਕੀਤੀ ਹੈ, ਸਤਿਕਾਰ ਨੂੰ ਪ੍ਰਾਪਤ ਕੀਤਾ ਤੇ ਜੀਵਨ ਸਫਲਾ ਬਣਾਇਆ। ਪਾਤਸ਼ਾਹ ਕਹਿੰਦੇ, ਇਹਨਾਂ ਦੀਆਂ ਸਾਖੀਆਂ ਜੀਵਨ ਸੁਣ ਕੇ ਤੇਰੇ ਮਨ ਵਿੱਚ ਵੀ ਪਿਆਰ ਪੈਦਾ ਹੋਵੇ, ਤੇਰਾ ਜੀਵਨ ਵੀ ਸਫਲਾ ਹੋਵੇ। ਇਸ ਤਰ੍ਹਾਂ ਦਾ ਗੁਰਮੁਖਾ ਬਣਨਾ ਕਰ। ਇਹ ਸ਼ਬਦ ਦੀ ਬਾਕੀ ਵਿਚਾਰ ਜਿਹੜੀ ਹੈ ਉਹ ਆਪਾਂ ਅਗਲੇ ਦੀਵਾਨ ਵਿੱਚ ਫਿਰ ਸਰਵਣ ਕਰਾਂਗੇ, ਕਿਉਂਕਿ ਅੱਗੇ ਵੀ ਭਗਤਾਂ ਦੇ ਜੀਵਨ ਬਾਬਤ ਹੀ ਬਚਨ ਆਪਾਂ ਨੂੰ ਪ੍ਰਾਪਤ ਹੋਣੇ ਨੇ। ਭਗਤ ਕਬੀਰ ਸਾਹਿਬ ਜੀ, ਭਗਤ ਨਾਮਦੇਵ ਜੀ, ਭਗਤ ਰਵਿਦਾਸ ਜੀ, ਇਹਨਾਂ ਗੁਰਮੁਖਾਂ ਦਾ ਜੀਵਨ ਜਿਹੜਾ ਹੈ ਉਹਦੇ ਵੱਲ ਵੇਖ ਕੇ ਜਾਂ ਸੁਣ ਕੇ ਸਾਡਾ ਵੀ ਜੀਵਨ ਚੜ੍ਹਦੀ ਕਲਾ ਵਾਲਾ ਬਣੇ, ਉਹ ਆਪਾਂ ਕੱਲ ਨੂੰ ਬਚਨ ਸਰਵਣ ਕਰਾਂਗੇ। ਸਮੇਂ ਦੀ ਸਮਾਪਤੀ ਭੁੱਲਾਂ ਦੀ ਮੁਆਫੀ ਦਿਓ ਸੱਜਣ ਅਸੀਸੜੀਆਂ, ਸਾਹਿਬ ਸਿਓ ਮੇਲ। ਮਨ ਡੀਗ ਨਾ ਡੋਲੇ ਕਹੂੰ ਜਾਏ, ਮਨ ਤੂੰ ਵੀ ਤਰਸੈ ਸ਼ਰਨ ਪਾਏ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।